ਸਾਰੇ ਦੋਸਤਾਂ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ। ਲਗਾਤਾਰ ਆਪਾਂ ਕੰਪਿਊਟਰ ਦੇ ਜਿਹੜੇ ਹੈਗੇ ਨੇ ਪੁਰਾਣੇ ਕੁਐਸਚਨ ਡਿਸਕਸ ਕਰ ਰਹੇ ਹਾਂ। ਸੋ ਗ੍ਰੈਂਡ ਸੀਰੀਜ਼ ਆਪਾਂ ਸਟਾਰਟ ਕੀਤੀ ਹੋਈ ਹੈ, ਜਿਹਦੇ ਵਿੱਚ ਆਪਾਂ ਲੈਵਲ ਵਾਈਜ਼ ਤੇ ਚੈਪਟਰ ਵਾਈਜ਼ ਕੰਪਿਊਟਰ ਦੇ ਪੁਰਾਣੇ ਪੇਪਰਾਂ ਦੇ ਵਿੱਚ ਆਏ ਹੋਏ ਕੁਐਸਚਨ ਡਿਸਕਸ ਕਰ ਰਹੇ ਹਾਂ। ਸੋ ਪਹਿਲਾਂ ਆਪਾਂ ਟੋਟਲ 15 ਤੋਂ 18 ਟੋਟਲ ਚੈਪਟਰ ਬਣਾਏ ਨੇ ਕੰਪਿਊਟਰ ਦੇ, ਹਨਾ। ਉਸ ਤੋਂ ਬਾਅਦ ਉਹਨੂੰ ਆਪਾਂ ਲੈਵਲਸ ਦੇ ਵਿੱਚ ਡਿਵਾਈਡ ਕੀਤਾ, L1 L2 L3। L1 ਹੈਗਾ ਬੇਸਿਕ, L2 ਹੈ ਮੀਡੀਅਮ ਲੈਵਲ ਤੇ L3 ਹੈਗਾ ਜਿਹੜਾ ਹਾਈ ਲੈਵਲ, ਜਿਹਨੂੰ ਹਾਰਡ ਲੈਵਲ ਆਪਾਂ ਕਹਿ ਸਕਦੇ ਹਾਂ। L1 ਤੇ L2 ਜਿਹੜੇ ਹੈਗੇ ਨੇ PSSB ਨੂੰ ਕਵਰ ਕਰਦੇ ਨੇ, ਹਨਾ। PSSB ਦੇ ਜਿੰਨੇ ਵੀ ਪੇਪਰ ਹੁੰਦੇ ਨੇ, ਤੇ ਜਿਹੜੇ ਤਿੰਨੋਂ ਨੇ ਇਹ ਪੰਜਾਬ ਪੁਲਿਸ ਸਬ ਇੰਸਪੈਕਟਰ ਨੂੰ ਮੇਨ ਜੇ ਆਪਾਂ ਗੱਲ ਕਰੀਏ, ਹਨਾ। ਸੋ ਉਸੇ ਲੜੀ ਦੇ ਵਿੱਚੋਂ L1 ਆਪਾਂ ਆਲਰੇਡੀ ਸਾਰੇ ਦੇ ਕੁਐਸਚਨ ਦੇਖ ਚੁੱਕੇ ਹਾਂ, ਸਾਰਿਆਂ ਦੇ ਸੋਲੂਸ਼ਨ ਮੈਂ ਤੁਹਾਨੂੰ ਪ੍ਰੋਵਾਈਡ ਕਰ ਚੁੱਕਿਆ। ਸੋ ਹੁਣ ਜਿਹੜਾ ਹੈ ਆਪਾਂ L2 ਤੇ ਆਪਾਂ ਗੱਲ ਕਰ ਰਹੇ ਹਾਂ, ਠੀਕ ਹੈ। ਸੋ ਲੈਵਲ 2 ਤੇ ਆਪਾਂ 7ਵੇਂ ਚੈਪਟਰ ਦੇ ਵਿੱਚ ਆ। ਸੋ 7ਵੇਂ ਚੈਪਟਰ ਦਾ ਜਿਹੜਾ ਹੈਗਾ ਇਹ ਪਾਰਟ 2 ਹੈ। ਇਸ ਤੋਂ ਪਹਿਲਾਂ ਵਾਲੀ ਵੀਡੀਓ ਸੀ ਜਿਹੜਾ ਉਹ ਪਾਰਟ 1 ਸੀ 7th ਚੈਪਟਰ ਦਾ, ਠੀਕ ਹੈ। ਸੋ 7ਵੇਂ ਚੈਪਟਰ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਆਪਾਂ ਵੈਬ, ਵਰਲਡ ਵਾਈਡ ਵੈਬ, ਇੰਟਰਨੈਟ ਬਰਾਊਜ਼ਰ ਤੇ ਸਰਚ ਇੰਜਨ, ਇਹ ਵਾਲੇ ਟੌਪਿਕ ਬਾਰੇ ਆਪਾਂ ਡਿਸਕਸ਼ਨ ਕਰ ਰਹੇ ਹਾਂ, ਠੀਕ ਹੈ। ਸੋ 9 ਕੁਐਸਚਨ ਸੀਗੇ ਜਿਹੜੇ ਉਹ ਆਪਾਂ ਪਹਿਲੇ ਪਾਰਟ ਦੇ ਵਿੱਚ ਡਿਸਕਸ ਕਰ ਚੁੱਕੇ ਹਾਂ। ਸੋ ਇਹਦੇ ਵਿੱਚ ਆਪਾਂ ਸਟਾਰਟ ਕਰਦੇ ਹਾਂ 10ਵੇਂ ਕੁਐਸਚਨ ਤੋਂ। ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰੀ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ, ਸ਼ੇਅਰ ਵੀ ਕਰ ਦਿਆ ਕਰੋ ਆਪਦੇ ਦੋਸਤਾਂ ਮਿੱਤਰਾਂ ਦੇ ਨਾਲ, ਠੀਕ ਹੈ। ਸੋ ਆਪਾਂ ਦੇਖਦੇ ਹਾਂ ਕੁਐਸਚਨ ਤੋਂ। ਜਿਵੇਂ ਕਹਿੰਦਾ 10ਵਾਂ ਕੁਐਸਚਨ ਹੈਗਾ, which of the following is a feature of web 2.0 ਐਪਲੀਕੇਸ਼ਨ। ਕਹਿੰਦਾ ਵੈਬ 2.0 ਐਪਲੀਕੇਸ਼ਨ ਦੇ ਵਿੱਚ ਹੇਠ ਲਿਖਿਆਂ ਦੇ ਵਿੱਚੋਂ ਇੱਕ ਜਾਂ ਦੋਨੇ is ਤੇ ਆਰ ਆ ਗਿਆ ਨਾ, ਇਹ ਤਾਂ ਸ਼ਾਇਦ ਨਹੀਂ ਲੱਗਣਾ ਸੀਗਾ, ਬਾਅਦ ਚ ਆਉਣਾ ਸੀ ਨਾ। ਸੋ ਕਹਿੰਦਾ ਵੀ ਇਹ ਦੋਨੋਂ ਫੀਚਰ ਹੈਗੇ ਨੇ ਜਾਂ ਦੋਨਾਂ ਚੋਂ ਕੋਈ ਨਹੀਂ। ਜਿਵੇਂ ਕਹਿੰਦਾ ਮੋਡੂਲੈਰਿਟੀ ਪਹਿਲਾ, ਦੂਸਰਾ ਹੈਗਾ ਯੂਜ਼ਰ ਸੈਂਟਰਿਕ ਸਰਵਿਸਿਜ਼, ਹਨਾ। ਕੀ ਕਹਿੰਦਾ ਹੈ ਦੋਨੋਂ ਹੀ ਫੀਚਰ ਨੇ ਵੈਬ 2.0 ਐਪਲੀਕੇਸ਼ਨਸ ਦੇ। ਸੋ ਮੈਨੂੰ ਲੱਗਦਾ ਪਹਿਲਾਂ ਆਪਾਂ ਇਹ ਕਨਸੈਪਟ 2.0 ਹੈ ਜਿਹੜਾ ਆਪਾਂ ਡਿਸਕਸ ਕਰਦੇ ਹਾਂ, ਅਕਸਰ ਨੂੰ ਇਹ ਹੈਗਾ ਕੀ ਹੈ। ਸੋ ਲੈਵਲ 1 ਦੇ ਵਿੱਚ ਵੀ ਆਪਾਂ 7ਵੇਂ ਚੈਪਟਰ ਦੇ ਵਿੱਚ ਦੇਖ ਚੁੱਕੇ ਹਾਂ, ਹਨਾ। ਸੋ ਦੁਬਾਰਾ ਦੇਖ ਲੈਂਦੇ ਹਾਂ। ਮੋਡੂਲੈਰਿਟੀ ਕੀ ਹੁੰਦਾ, ਮੋਡਿਊਲਸ ਦੇ ਵਿੱਚ ਡਿਜ਼ਾਈਨ ਕਰਨਾ, ਕਿਸੇ ਵੀ ਚੀਜ਼ ਨੂੰ ਪਾਰਟਸ ਦੇ ਵਿੱਚ ਡਿਜ਼ਾਈਨ ਕਰਨਾ, ਉਹਨੂੰ ਮੋਡੂਲੈਰਿਟੀ ਬੋਲਦੇ ਨੇ। ਵੈਸੇ ਆਪਾਂ ਚਲੋ ਪਹਿਲਾਂ ਦੇਖਦੇ ਹਾਂ ਵੀ ਵੈਬ 1.0, ਸੋ 3-4 ਤਰ੍ਹਾਂ ਦੀਆਂ ਵੈਬ ਸੀ, ਵੈਬ 1.0, 2.0, 3.0 ਤੇ ਅੱਜ ਕੱਲ ਜਿਹੜਾ ਹੈ ਉਹ 4.0 ਟਰਮ ਹੈ ਜਿਹੜੀ ਉਹ ਡੋਮੀਨੇਟ ਕਰ ਰਹੀ ਹੈ, ਹਨਾ, ਆਪਾਂ ਨੂੰ ਸੁਣਨ ਨੂੰ ਮਿਲ ਰਿਹਾ। ਸੋ ਇਸੇ ਤਰ੍ਹਾਂ ਹੀ ਜਿਵੇਂ ਆਪਾਂ ਲੇਮੈਨ ਐਗਜ਼ਾਮਪਲ ਲੈ ਲਈਏ ਕਿ ਜਿਵੇਂ ਆਪਾਂ ਖੇਤਾਂ ਦੇ ਵਿੱਚ ਕਣਕ ਵੱਢਦੇ ਹਾਂ, ਹਨਾ। ਪਹਿਲਾਂ ਲੋਕ ਕਣਕ ਹੱਥੀ ਵੱਢਦੇ ਸੀ ਤੇ ਪੇੜਾਂ ਦੇ ਵਿੱਚ ਰੱਖ ਕੇ ਉਹਨੂੰ ਕੁੱਟ ਕੇ ਕੱਢਦੇ ਸੀ, ਹਨਾ। ਫਿਰ ਹੌਲੀ ਹੌਲੀ ਡਰਮੀ ਆ ਗਈ, ਫੀਟਰ ਤੇ ਇੰਜਨ ਤੇ ਚੱਲਣ ਲੱਗ ਜਾਂਦੀ ਸੀ, ਤਾਂ ਉਹ ਲੋਕ ਕਹਿਣ ਲੱਗੇ ਵੀ ਬੜਾ ਸੌਖਾ ਹੋ ਗਿਆ, ਰੁੱਗ ਲਾਉਣ ਲੱਗ ਗਏ। ਡਰਮੀ ਜਦੋਂ ਟੋਕਾ ਕੁਤਰਨ ਵਾਲੀ ਮਸ਼ੀਨ, ਤਾਂ ਉਹਦੇ ਨਾਲ ਕੀ ਹੋਇਆ, ਕੰਮ ਸੌਖਾ ਹੋ ਗਿਆ। ਬਟ ਉਹ ਤੂੜੀ ਤੇ ਕਣਕ ਜਿਹੜੀ ਇਕੱਠੀ ਸਿੱਟਦੀ ਸੀ, ਤਾਂ ਫਿਰ ਕੀ ਕਰਦੇ ਸੀ ਬਾਅਦ ਚ ਛਜਲੀਆਂ ਨਾਲ, ਕਹਿ ਲਓ ਵੀ ਕਣਕ ਥੱਲੇ ਰਹੀ ਜਾਂਦੀ, ਤੂੜੀ ਪਰੇ ਉੱਡੀ ਜਾਂਦੀ ਸੀ। ਤਾਂ ਉਹ ਜਦੋਂ ਹੱਥੀ ਵੱਢਣ ਦੇ ਨਾਲੋਂ ਕੁੱਟ ਕੇ ਕੱਢਦੇ ਸੀ, ਉਹਦੇ ਨਾਲੋਂ ਲੱਗਿਆ ਵੀ ਡਰਮੀ ਤਾਂ ਬੜਾ ਵਧੀਆ ਸੌਖਾ ਕੰਮ ਆ ਯਾਰ। ਫਿਰ ਉਦੋਂ ਬਾਅਦ ਥ੍ਰੈਸ਼ਰ, ਜਿਹਨੂੰ ਹੜੰਬਾ ਬੋਲ ਦਿੰਦੇ ਆ, ਥ੍ਰੈਸ਼ਰ ਦੇ ਨਾਲ ਕੀ ਹੋਇਆ, ਰੁੱਗ ਲੱਗਣ ਲੱਗ ਗਏ, ਪੱਖਾ ਉਹਦੇ ਵਿੱਚ ਫਿੱਟ ਕਰਤਾ ਤੇ ਉਹਦੇ ਤੂੜੀ ਜਿਹੜਾ ਛਜਲੀ ਵਾਲਾ ਕੰਮ ਸੀ ਉਹ ਪੱਖੇ ਨੇ ਕਰਤਾ। ਤਾਂ ਕਹਿੰਦੇ ਯਾਰ ਬੜਾ ਨਜ਼ਾਰਾ ਹੈ, ਮਤਲਬ ਵੀ ਤੂੜੀ ਦਾ ਕਹਿੰਦੇ ਅੱਡ ਕੱਢ ਕੇ ਸਿੱਟਣ ਲੱਗ ਗਈ ਤੇ ਕਣਕ ਅੱਡ, ਹਨਾ। ਸੋ ਕ੍ਰਾਂਤੀ ਲੱਗੀ ਲੋਕਾਂ ਨੂੰ। ਫਿਰ ਕੀ ਹੋਇਆ, ਕਹਿੰਦੇ ਬੱਠਲ ਚੱਕਣੇ ਬੜੇ ਔਖੇ ਸੀ। ਤੁਹਾਡੇ ਜੋ ਵੀ ਕਿਸੇ ਨੇ ਬੱਠਲ ਚੱਕੇ ਹੋਣਗੇ ਤੁਹਾਨੂੰ ਯਾਦ ਹੋਊ, ਹਨਾ। ਆਪਾਂ ਨੂੰ ਲੱਗਦਾ ਹੁੰਦਾ ਸੀ, ਮੈਨੂੰ ਯਾਦ ਆ, ਮੈਨੂੰ ਖੇਤੀ ਦਾ ਬਹੁਤ ਸ਼ੌਂਕ ਆ, ਮੈਂ ਬਹੁਤ ਕੰਮ ਕੀਤਾ ਹੋਇਆ, ਹਨਾ। ਚਲੋ ਬਹੁਤ ਨੂੰ ਤਾਂ ਕਿਹੜਾ ਬੁੜੇ ਹੋ ਗਏ ਨਾ, ਉਹ ਗੱਲ ਹੈ ਵੀ ਮਤਲਬ ਮੈਨੂੰ ਇੰਟਰਸਟ ਸੀ। ਮੈਂ 10ਵੀਂ 11ਵੀਂ 12ਵੀਂ ਤੋਂ ਹੀ ਖੇਤ ਜਾਣਾ ਮੈਨੂੰ ਪਸੰਦ ਸੀ। ਸੋ ਲੱਗਦਾ ਸੀਗਾ ਵੀ ਬੱਠਲਾਂ ਵਾਲਾ ਕੰਮ ਸੌਖਾ, ਬੱਠਲਾਂ ਤੇ ਲੱਗ ਜਾਣਾ ਤੇ ਸਾਰਾ ਦਿਨ ਬੱਠਲ ਚੱਕੀਆਂ ਦੇ, ਹੱਥ ਨੇ ਪਤਾ ਲੱਗ ਜਾਂਦਾ ਵੀ ਢਿੱਡ ਇਕੱਠਾ ਹੋ ਗਿਆ, ਹਨਾ। ਸੋ ਤੁਹਾਡੇ ਨਾਲ ਵੀ ਹੋਇਆ ਹੋਣਾ, ਕਮੈਂਟ ਕਰਕੇ ਦੱਸਿਓ ਵੀ ਕਿਹਨੇ ਕਿਹਨੇ ਬੱਠਲ ਚੱਕ ਕੇ ਢਿੱਡ ਇਕੱਠਾ ਕਰਾਇਆ, ਹਨਾ। ਸੋ ਉਹ ਸੀਗਾ ਵੀ ਕਹਿੰਦੇ ਯਾਰ ਬੱਠਲਾਂ ਵਾਲਾ ਕੰਮ ਔਖਾ ਹੈ। ਫਿਰ ਉੱਥੇ ਪੱਖਾ ਲੱਗ ਕੇ ਆਟੋਮੈਟਿਕਲੀ ਟਰਾਲੀ ਦੇ ਵਿੱਚ ਸੁੱਟਣ ਲੱਗ ਗਏ ਕਣਕ। ਫਿਰ ਕੀ ਹੋਇਆ, ਕੰਬਾਈਨਾਂ ਆਉਣ ਲੱਗ ਗਈਆਂ, ਹਨਾ। ਸੋ ਕਿਵੇਂ ਗਰੋਥ ਹੋਈ ਹੈ ਚੀਜ਼ਾਂ ਦੀ, ਉਵੇਂ ਹੀ ਵੈਬਸਾਈਟ ਦੀ ਗਰੋਥ ਹੋਈ ਹੈ। ਜਦੋਂ ਸ਼ੁਰੂ ਦੇ ਵਿੱਚ ਇੰਟਰਨੈਟ 91-92 ਦੇ ਵਿੱਚ ਗਰੋਥ ਹੋਣੀ ਸ਼ੁਰੂ ਹੋਈ ਹੈ, ਤਾਂ ਕਿਵੇਂ ਕਿਵੇਂ ਅੱਗੇ ਨਵੀਆਂ ਚੀਜ਼ਾਂ ਆਈਆਂ, ਉਹਨਾਂ ਚੀਜ਼ਾਂ ਨੂੰ ਹੀ ਕਲਾਸੀਫਾਈ ਕੀਤਾ ਉਹਨੇ, ਵੈਬ 1, 2.0, 3.0 ਤੇ 4.0। ਉਹਦੇ ਬੇਸਿਸ ਤੇ ਕਿਵੇਂ ਗਰੋਥ ਹੋਈ ਹੈ, ਆਪਾਂ ਕਹਿ ਸਕਦੇ ਹਾਂ, ਹਨਾ। ਕਿਵੇਂ ਚੀਜ਼ਾਂ ਇਵੋਲਵ ਹੋਈਆਂ, ਉਹਨੂੰ ਆਪਾਂ ਕਲਾਸੀਫਾਈ ਕੀਤਾ 1.0, 2.0, 3.0 ਤੇ 4.0। ਤਾਂ ਕੁਝ ਵੀ ਨਹੀਂ ਇਹਦੇ ਵਿੱਚ, ਬਸ ਵੈਬ 1.0 ਦੇ ਕੁਝ ਫੀਚਰ ਸੀਗੇ, 2.0 ਦੇ ਵੱਖਰੇ ਫੀਚਰ ਸੀ, 3 ਦੇ ਵੱਖਰੇ ਸੀ, 4 ਦੇ ਵੱਖਰੇ ਸੀ, ਹਨਾ। ਸੋ ਬੇਸਿਕ ਜਿਹੜੀਆਂ ਗੱਲਾਂ ਇਹਦੇ ਵਿੱਚ ਪੁੱਛੀਆਂ ਜਾ ਸਕਦੀਆਂ ਨੇ ਉਹ ਆਪਾਂ ਤੁਹਾਨੂੰ ਦੱਸਾਂਗੇ।
ਜਿਹੜੀ ਵੈਬ 1.0 ਸੀ ਉਹ ਬਿਲਕੁਲ ਹੀ ਇੱਕ ਸਟੈਟਿਕ ਪੇਜ ਸੀ, ਜਿਵੇਂ ਇੱਕ ਕਿਤਾਬ ਹੈ। ਇੱਕ ਕਿਤਾਬ ਦੇ ਵਿੱਚ ਆਪਾਂ ਦੇਖਦੇ ਹਾਂ ਇਨਫੋਰਮੇਸ਼ਨ, ਤੁਸੀਂ ਕਿਤਾਬ ਦੇ ਵਿੱਚ ਕਮੈਂਟ ਕਰ ਸਕਦੇ ਹੋ? ਨਹੀਂ ਕਰ ਸਕਦੇ। ਕਿਤਾਬ ਤੇ ਆਪਾਂ ਇੱਕ ਪੇਜ ਤੇ ਕਲਿੱਕ ਕਰੀਏ, ਪਹਿਲੇ ਪੇਜ ਤੇ, ਇੱਥੇ ਕਲਿੱਕ ਕਰੀਏ 10ਵੇਂ ਪੇਜ ਤੇ, ਆਪਣੇ ਆਪ ਵਗ ਜੂ? ਨਹੀਂ ਜਾ ਸਕਦੀ। ਤਾਂ ਜਸਟ ਇੱਕ ਸਟੈਟਿਕ ਇਨਫੋਰਮੇਸ਼ਨ ਹੈ ਜਿਹੜੀ ਸਾਨੂੰ ਡਿਸਪਲੇ ਕਰਾਉਂਦੀ ਹੈ ਬੁੱਕ। ਬਟ ਜੇ ਉਹੀ ਬੁੱਕ PDF ਫਾਰਮ ਦੇ ਵਿੱਚ ਹੋਵੇ ਤਾਂ ਉੱਥੇ ਆਪਾਂ ਨੂੰ ਜ਼ਿਆਦਾ ਫੀਚਰ ਹੁੰਦੇ ਨੇ। ਜੇ ਉਹੀ PDF ਇੰਟਰਨੈਟ ਤੇ ਹੋਵੇ ਤਾਂ ਆਪਾਂ ਇੱਕ ਲਿੰਕ ਤੇ ਕਲਿੱਕ ਕਰਦੇ ਹਾਂ, ਅਗਲਾ ਪੇਜ ਖੁੱਲ ਜਾਂਦਾ, ਉਹਨੂੰ ਹਾਈਪਰ ਲਿੰਕ ਬੋਲਦੇ ਨੇ, ਹਨਾ। ਤਾਂ ਵੈਬ 1.0 ਦੇ ਵਿੱਚ ਕੁਝ ਵੀ ਨਹੀਂ ਸੀ ਐਵੇਂ ਦਾ, ਕੋਈ ਫੀਚਰ ਨਹੀਂ ਸੀ, ਜਸਟ ਸਟੈਟਿਕ ਇਨਫੋਰਮੇਸ਼ਨ ਡਿਸਪਲੇ ਕਰਦਾ ਸੀ 1.0। ਤੇ ਇਹ ਲੀਨੀਅਰ ਸਟਰਕਚਰ ਨੂੰ ਫੋਲੋ ਕਰਦਾ ਸੀ, ਯਾਨੀ ਕਿ ਪਹਿਲਾ ਪੇਜ, ਫਿਰ ਦੂਜਾ, ਫਿਰ ਤੀਜਾ, ਫਿਰ ਚੌਥਾ। ਇਹ ਹੁੰਦਾ ਲੀਨੀਅਰ ਸਟਰਕਚਰ। ਜੇ ਪਹਿਲੇ ਤੋਂ ਇੱਥੇ ਵਗ ਜਾਈਏ ਤੀਜਾ, ਤੀਜੇ ਤੋਂ ਦੂਜਾ, ਦੂਜੇ ਚੋਂ ਚੌਥਾ, ਇਹ ਹੋ ਗਿਆ ਨੌਨ ਲੀਨੀਅਰ ਸਟਰਕਚਰ। ਤਾਂ ਅੱਜ ਕੱਲ੍ਹ ਜਿਹੜਾ ਇੰਟਰਨੈਟ ਹੈ ਇਹ ਨੌਨ ਲੀਨੀਅਰ ਆ, ਤੇ ਆਹ ਵਾਲੇ ਫੀਚਰ ਜਿਹੜੇ ਸੀਗੇ ਇਹ ਲੀਨੀਅਰ ਸਟਰਕਚਰ ਸੀ। ਤਾਂ ਵੈਬ 1.0 ਸੀ ਜਿਹੜਾ, ਇਹ ਆਪਾਂ ਕਹਿ ਸਕਦੇ ਹਾਂ ਵੀ ਸਟੈਟਿਕ ਇਨਫੋਰਮੇਸ਼ਨ ਪ੍ਰੋਵਾਈਡ ਕਰਦਾ ਸੀ ਤੇ ਲੀਨੀਅਰ ਸਟਰਕਚਰ ਫੋਲੋ ਕਰਦਾ ਸੀ, ਠੀਕ ਹੈ। ਤੇ 2.0 ਦੇ ਵਿੱਚ ਕੀ ਹੋਇਆ ਕਿ ਜਿਹੜੀਆਂ 1.0 ਦੇ ਵਿੱਚ ਸਟੈਟਿਕ ਸੀ ਉਹ ਥੋੜੀਆਂ ਜਿਹੀਆਂ ਡਾਇਨਾਮਿਕ ਹੋ ਗਈਆਂ। ਕਿਵੇਂ ਆਪਾਂ ਵੈਬਸਾਈਟ ਤੇ ਕਮੈਂਟ ਕਰ ਸਕਦੇ ਸੀ, ਆਪਾਂ ਲਾਈਕ ਕਰ ਸਕਦੇ ਸੀ, ਸ਼ੇਅਰ ਕਰ ਸਕਦੇ ਸੀ, ਯੂਜ਼ਰ ਦੀ ਇੰਟਰੈਕਸ਼ਨ ਹੋਣ ਲੱਗ ਗਈ, ਜਿਵੇਂ ਫੇਸਬੁੱਕ, ਇੰਸਟਾਗ੍ਰਾਮ, ਜੀਮੇਲ ਵਗੈਰਾ ਸਾਰੀਆਂ ਚੀਜ਼ਾਂ ਕਿਹਦੇ ਵਿੱਚ ਆਈਆਂ? 2.0 ਦੇ ਵਿੱਚ ਆਈਆਂ। ਤਾਂ ਵੈਬ 1.0 ਦੇ ਵਿੱਚ ਜਿਹੜਾ ਕੰਟੈਂਟ ਕ੍ਰੀਏਟਰ ਸੀਗਾ ਉਹ ਓਨਰ ਹੀ ਸੀ, ਥੋੜੇ ਬੰਦੇ ਕੰਟੈਂਟ ਕ੍ਰੀਏਟ ਕਰਦੇ ਸੀ। ਤਾਂ 2.0 ਦੇ ਵਿੱਚ ਕੀ ਹੋਇਆ ਵੀ ਯੂਜ਼ਰ ਨੂੰ ਕੰਟੈਂਟ ਕ੍ਰੀਏਟਰ ਬਣਾਇਆ, ਜਿਵੇਂ ਟਿਕਟੌਕ ਆਇਆ, ਰੀਲਾਂ ਆਉਣੀਆਂ, ਸਾਰੇ ਯੂਜ਼ਰ ਬਣਾਉਣ ਲੱਗੇ ਨਾ ਰੀਲਾਂ। ਸੋ 2.0 ਨੂੰ ਅਸੀਂ ਕੋਲੈਬੋਰੇਟਿਵ ਵੈਬ ਪੜਾਂਗੇ, ਜਾਂ ਇਹ ਮਤਲਬ ਕਿ ਸ਼ੇਅਰੇਬਲ, ਮਤਲਬ ਕਿ ਕੰਟੈਂਟ ਕੋਲੈਬੋਰੇਟਿਵ ਦੇ ਤਰੀਕੇ ਨਾਲ ਪ੍ਰੋਵਾਈਡ ਕਰਦੀ ਸੀ ਵੀ ਯੂ ਕੈਨ ਕੋਲੈਬੋਰੇਟ, ਹਨਾ। ਫਿਰ 3.0 ਆਇਆ। 3 ਦੇ ਵਿੱਚ ਕੀ ਸੀਗਾ? ਪਹਿਲੇ 1 ਤੇ 2 ਦੇ ਵਿੱਚ, ਚਲੋ ਆਪਾਂ 1 ਬਾਈ 1 ਦੇਖ ਲੈਂਦੇ ਹਾਂ। ਜਿਹੜਾ ਪਹਿਲਾਂ ਤਾਂ ਇੱਕ ਇਹ ਹੋ ਸਕਦਾ ਵੀ ਇਹ ਪੁੱਛਿਆ ਜਾ ਸਕਦਾ ਵੀ ਕਿਹਨੇ ਟਰਮ ਅਪਾਇੰਟ ਕੀਤੀ, ਇਹ ਸਵਾਲ ਕਾਫੀ ਵਾਰੀ ਪੁੱਛਿਆ ਜਾਂਦਾ। ਜਿਹੜਾ 1.0 ਸੀ ਇਹ ਟਰਮ ਦਿੱਤੀ ਸੀ ਟਿਮ ਬਰਨਰ-ਲੀ ਨੇ। ਆਪਾਂ ਨੂੰ ਪਤਾ ਵੀ ਵਰਲਡ ਵਾਈਡ ਵੈਬ ਸੀਗਾ ਜਿਹੜਾ 1999 ਦੇ ਵਿੱਚ ਟਿਮ ਬਰਨਰ-ਲੀ ਨੇ ਬਣਾਇਆ ਸੀ। ਤੇ ਪਹਿਲਾ ਬਰਾਊਜ਼ਰ ਜਿਹਨੂੰ ਵਰਲਡ ਵਾਈਡ ਵੈਬ ਹੀ ਬਰਾਊਜ਼ਰ ਕਿਹਾ ਜਾਂਦਾ ਸੀ 1990 ਦੇ ਵਿੱਚ ਇਸੇ ਬੰਦੇ ਨੇ ਬਣਾਇਆ ਸੀ, ਤੇ ਜਿਹਦਾ ਨਾਮ ਚੇਂਜ ਕਰਕੇ ਬਾਅਦ ਦੇ ਵਿੱਚ ਨੈਕਸਸ ਰੱਖਿਆ ਗਿਆ ਸੀ 1991 ਦੇ ਵਿੱਚ। ਕਿਉਂ? ਕਿਉਂਕਿ ਵਰਲਡ ਵਾਈਡ ਵੈਬ ਇੱਕ ਕੰਟੇਨਰ ਸੀਗਾ, ਇਹ ਬਰਾਊਜ਼ਰ ਸੀ। ਤਾਂ ਜੇ ਆਪਾਂ ਨੂੰ ਸਵਾਲ ਪੁੱਛ ਲੇ ਵੀ ਫਰਸਟ ਵੈਬ ਬਰਾਊਜ਼ਰ ਕਿਹੜਾ ਸੀ, ਉਹ ਸੀਗਾ ਵਰਲਡ ਵਾਈਡ ਵੈਬ, ਜਿਹਦਾ ਕਿ ਵਰਲਡ ਵਾਈਡ ਵੈਬ ਕੰਟੇਨਰ ਦੇ ਨਾਲ ਹੀ ਨੇਮ ਦਾ ਕਨਫਿਊਜ਼ਨ ਹੋ ਗਿਆ ਸੀ, ਬਾਅਦ ਦੇ ਵਿੱਚ ਉਹਦਾ ਨੇਮ ਚੇਂਜ ਕਰਕੇ ਨੈਕਸਸ ਰੱਖ ਦਿੱਤਾ ਗਿਆ ਸੀ, ਉਹੀ ਬੰਦਾ ਸੀ। ਇਹਨੇ ਵੈਬ 1.0 ਵੀ ਇਸੇ ਨਹੀਂ ਦਿੱਤੀ ਆ, ਤੇ ਵੈਬ 3.0 ਦੀ ਟਰਮ ਹੈ ਜਿਹੜੀ ਇਸੇ ਨਹੀਂ ਦਿੱਤੀ। ਕਹਿੰਦੇ ਯਾਦ ਰੱਖਣ ਵਾਲੀ ਗੱਲ ਹੈ, ਜਿਹੜਾ ਟਿਮ ਓਰੇਲੀ ਤੇ ਡੇਲ ਡੌਟੀ ਪੜਾਂਗੇ ਆਪਾਂ, ਇਹਨੇ 2.0 ਤੇ 4.0 ਅੱਗੇ ਪੜਾਂਗੇ, ਹਨਾ। ਉਹ ਇਸ ਬੰਦੇ ਨੇ ਟਰਮ ਅਪਾਇੰਟ ਕੀਤੀਆਂ ਨੇ। ਤਾਂ ਜੇ ਆਪਾਂ ਗੱਲ ਕਰੀਏ ਨੇਚਰ, ਇਹ ਸਟੈਟਿਕ ਸੀ, ਦੂਜੀਆਂ ਦੋਨੋਂ ਜਾਂ ਬਾਕੀ ਸਾਰੀਆਂ ਡਾਇਨਾਮਿਕ ਸੀ, ਮਤਲਬ ਕਿ ਚੇਂਜ ਹੁੰਦਾ ਰਹਿੰਦਾ ਸੀ ਕੰਟੈਂਟ। ਸਟੈਟਿਕ ਦੇ ਵਿੱਚ ਪੈਸਿਵ ਇਨਫੋਰਮੇਸ਼ਨ ਜਿਹੜੀ ਆਪਾਂ ਇੱਕ ਵਾਰੀ ਡਿਸਪਲੇ ਕਰਾਤੀ, ਜਿਵੇਂ ਬੁੱਕ ਹੈ, ਉਹ ਸਟੈਟਿਕ 1.0 ਸੀ, ਠੀਕ ਹੈ। ਸੋ 1.0 ਰੀਡੇਬਲ ਸੀ, ਓਨਲੀ ਯੂ ਕੈਨ ਰੀਡ ਕਰ ਸਕਦੇ ਜਿਵੇਂ ਕਿਤਾਬ ਦੇ ਵਿੱਚ। ਤੇ 2.0 ਦੇ ਵਿੱਚ ਰੀਡੇਬਲ ਤੇ ਰਾਈਟੇਬਲ ਸੀ। 3.0 ਦੇ ਵਿੱਚ ਰੀਡੇਬਲ, ਰਾਈਟੇਬਲ ਤੇ ਐਗਜ਼ੀਕਿਊਟੇਬਲ। ਮੈਂ ਫਰਕ ਦੱਸੂਗਾ ਵੀ ਕੀ ਫਰਕ ਸੀਗਾ। ਤਾਂ ਇੱਕ ਆਪਾਂ ਇਹ ਸਮਝਦੇ ਹਾਂ, ਪਹਿਲਾ ਪੁਆਇੰਟ ਇੰਪੋਰਟੈਂਟ ਹੈ, ਸਿੰਪਲ ਐਂਡ ਪੈਸਿਵ ਵੈਬ ਕਿਹਾ ਜਾਂਦਾ 1.0 ਨੂੰ। 2.0 ਨੂੰ ਸੋਸ਼ਲ ਤੇ ਕੋਲੈਬੋਰੇਟਿਵ। ਅੱਜ ਇਹਦੇ ਵਿੱਚੋਂ ਬਹੁਤ ਜ਼ਿਆਦਾ ਸਵਾਲ ਪੁੱਛਦਾ ਉਹ ਵੀ ਸੋਸ਼ਲ ਵੈਬ ਕਿਹਨੂੰ ਕਿਹਾ ਜਾਂਦਾ, ਕੋਲੈਬੋਰੇਟਿਵ ਵੈਬ ਕਿਹਨੂੰ ਕਿਹਾ ਜਾਂਦਾ। ਤਾਂ ਯਾਦ ਰੱਖਣਾ ਹੈ 2.0 ਨੂੰ। ਤਾਂ ਹੁਣ ਜੇ ਆਪਾਂ ਸਰਚ ਦੀ ਗੱਲ ਕਰੀਏ, ਜਿਹੜੀਆਂ 1.0 ਸੀ ਤੇ 2.0 ਵੈਬਸਾਈਟ ਸੀ, ਹਨਾ, ਇਹਦੇ ਵਿੱਚ ਸਰਚ ਜਿਹੜਾ ਹੁੰਦਾ ਸੀਗਾ ਉਹ ਨਾ ਕੰਟੈਂਟ ਬੇਸਡ ਸਰਚ ਹੁੰਦਾ ਸੀ, ਜਾਂ ਤਾਂ ਆਪਾਂ ਇਹ ਕਹਿ ਸਕਦੇ ਹਾਂ, ਜਾਂ ਆਪਾਂ ਕਹਿ ਸਕਦੇ ਹਾਂ ਵੀ ਕੀਵਰਡ ਬੇਸਡ ਸਰਚ ਹੁੰਦਾ ਸੀ। ਜਿਵੇਂ ਆਪਾਂ ਕਹਿ ਦਈਏ ਵੀ ਪੰਜਾਬੀ ਸੱਭਿਆਚਾਰ ਦੇ ਸਰਚ ਕੀਤਾ 1.0 ਤੇ 2.0 ਦੇ ਵਿੱਚ ਹੋਣਾ, ਜਿੱਥੇ ਜਿੱਥੇ ਸ਼ਬਦ ਪੰਜਾਬੀ ਸੱਭਿਆਚਾਰ ਮੈਚ ਕਰਦਾ, ਕਿਸੇ PDF ਦੇ ਵਿੱਚ ਪਿਆ, ਕਿਤੇ ਵੀ ਪਿਆ, ਉਹਨੇ ਸਰਚ ਆਪਾਂ ਨੂੰ ਕੱਢ ਕੇ ਦੇ ਦੇਣਾ ਕੀਵਰਡ ਬੇਸਿਸ। ਬਟ ਅੱਜ ਕੱਲ੍ਹ ਜਿਹੜੀ ਸਰਚ ਹੁੰਦੀ ਹੈ 3.0 ਜਾਂ 4.0 ਦੇ ਵਿੱਚ, ਇਹ ਕੀਵਰਡ ਬੇਸਿਸ ਸਰਚ ਨਹੀਂ ਹੁੰਦੀ, ਹੈ ਮੀਨਿੰਗ ਬੇਸਡ ਸਰਚ ਹੁੰਦੀ ਹੈ। ਮੀਨਿੰਗ ਬੇਸਡ, ਜਿਵੇਂ ਆਪਾਂ ਕਹਿ ਦਈਏ ਪੰਜਾਬੀ ਸੱਭਿਆਚਾਰ ਤੇ ਪੰਜਾਬੀ ਕਲਚਰ ਵੀ ਉਹੀ ਹੁੰਦਾ ਹੈ, ਤੇ ਕਿਸੇ ਖਿੱਤੇ ਦੇ ਲੋਕਾਂ ਦਾ ਰਹਿਣ ਸਹਿਣ ਜਾਂ ਪੰਜਾਬ ਵਿੱਚ ਰਹਿਣ ਵਾਲੇ ਲੋਕਾਂ ਦਾ, ਪੰਜਾਬ 'ਚ ਚਲੋ ਨਹੀਂ ਕਹਿ ਸਕਦੇ ਕਿਉਂਕਿ ਪੰਜਾਬੀ ਬਹੁਤ ਥਾਂ ਬੈਠੇ ਨੇ,
ਕਿਸੇ ਖਿੱਤੇ ਦੇ ਲੋਕਾਂ ਦਾ ਰਹਿਣ ਸਹਿਣ ਉਹਨੂੰ ਆਪਾਂ ਕਲਚਰ ਜਾਂ ਸੱਭਿਆਚਾਰ ਬੋਲ ਦਿੰਦੇ ਹਾਂ। ਤਾਂ ਜਿਹੜਾ ਮੀਨਿੰਗ ਬੇਸਡ ਹੈ ਉਹ ਸੱਭਿਆਚਾਰ ਦਾ ਮੀਨਿੰਗ ਸਮਝੂਗਾ ਵੀ ਸੱਭਿਆਚਾਰ ਕਲਚਰ ਨੂੰ ਵੀ ਕਹਿੰਦੇ ਨੇ, ਕਿਸੇ ਖਿੱਤੇ ਦੇ ਲੋਕਾਂ ਦਾ ਰਹਿਣ ਸਹਿਣ ਉਹਨੂੰ ਵੀ ਆਪਾਂ ਕਲਚਰ ਜਾਂ ਸੱਭਿਆਚਾਰ ਕਹਿ ਸਕਦੇ ਹਾਂ। ਤਾਂ ਇਹ ਜਿਹੜੀ ਸਰਚ ਹੈ ਜ਼ਿਆਦਾ ਵਧੀਆ ਵਾਈਡਰ ਸਰਚ ਹੈ, ਤਾਂ ਕਰਕੇ ਇਹਨੂੰ ਕਿਹਾ ਜਾਂਦਾ ਸਿਮੈਂਟਿਕ ਵੈਬ। ਇਹ ਗੱਲ ਯਾਦ ਰੱਖਣੀ ਹੈ, ਠੀਕ ਹੈ। ਤੇ ਜਿਵੇਂ ਆਪਾਂ ਕਹਿ ਦਈਏ ਵੀ ਇੱਕ ਆਪਾਂ ਲੇਮਨ ਐਗਜ਼ਾਮਪਲ ਹੋਰ ਲੈ ਲੈਂਦੇ ਹਾਂ, ਰੀਡੇਬਲ, ਰਾਈਟੇਬਲ ਤੇ ਐਗਜ਼ੀਕਿਊਟੇਬਲ ਨੂੰ ਸਮਝਣ ਦੇ ਲਈ। ਫੋਰ ਐਗਜ਼ਾਮਪਲ ਤੁਸੀਂ ਕਿਤੇ ਲੰਗਰ ਦੇ ਵਿੱਚ ਸੇਵਾ ਕਰਨ ਚਲੇ ਗਏ, ਬਣਿਆ ਬਣਾਇਆ ਲੰਗਰ ਫਰੰਟ ਐਂਡ ਤੇ ਤੁਸੀਂ ਸੰਗਤਾਂ 'ਚ ਵਰਤਾ ਰਹੇ ਹੋ, ਤਾਂ ਉੱਥੇ ਤੁਸੀਂ ਕਿੱਥੇ ਕੰਮ ਕਰ ਰਹੇ ਹੋ? ਫਰੰਟ ਐਂਡ ਤੇ। ਜੇਕਰ ਤੁਸੀਂ ਪਿੱਛੇ ਜਾ ਕੇ ਲੰਗਰ ਬਣਦਾ ਕਿਵੇਂ ਉੱਥੇ ਕੰਮ ਕਰੋਗੇ, ਤਾਂ ਤੁਸੀਂ ਬੈਕ ਐਂਡ ਤੇ ਕੰਮ ਕਰੋਗੇ। ਤਾਂ ਜਿਹੜਾ ਵੈਬ 2.0 ਹੈ, 1.0 ਦੇ ਵਿੱਚ ਤਾਂ ਇੱਕ ਓਨਰ ਸੀ ਜਿਹੜਾ ਬੰਦਾ, ਉਹ ਨੇ ਸਾਈਟ ਤੇ ਜੋ ਪਾਉਂਦਾ ਸੀ ਯੂਜ਼ਰ ਦੇਖਦੇ ਸੀ। 2.0 ਆਪਾਂ ਨੂੰ ਦਿੰਦਾ ਫਰੰਟ ਐਂਡ ਤੇ ਕੰਮ ਕਰਨਾ, ਕਿ ਜਿਵੇਂ ਤੁਸੀਂ ਇੰਸਟਾਗ੍ਰਾਮ ਤੇ ਰੀਲ ਬਣਾ ਲਓ, ਟਿਕਟੌਕ ਤੇ ਬਣਾ ਲਓ, ਤਾਂ ਫਰੰਟ ਐਂਡ ਦਾ ਕੰਟਰੋਲ ਸਾਨੂੰ ਮਿਲ ਗਿਆ, ਬੈਕ ਐਂਡ ਦਾ ਕੰਟਰੋਲ ਨਹੀਂ ਮਿਲਿਆ ਸੀ। ਤਾਂ 3.0 ਸਾਨੂੰ ਬੈਕ ਐਂਡ ਦਾ ਕੰਟਰੋਲ ਵੀ ਦਿੰਦਾ, ਕਿ ਤੁਸੀਂ ਆਪਦੀਆਂ ਕੋਈ ਨਵੀਆਂ ਟੈਕਨੋਲੋਜੀਜ਼ ਬਣਾ ਸਕਦੇ ਹੋ, ਜਿਵੇਂ ਬਿਟਕੋਇਨ ਵਗੈਰਾ ਨੇ, ਹਨਾ, ਉਹ ਵਾਲੀਆਂ ਟੈਕਨੋਲੋਜੀਜ਼ ਬਣਾ ਕੇ ਤੁਸੀਂ ਰਾਈਟੇਬਲ ਤਾਂ ਹੈਗਾ ਹੀ ਹੈ, ਐਗਜ਼ੀਕਿਊਟੇਬਲ ਵੀ ਕਰ ਸਕਦੇ ਹੋ, ਠੀਕ ਹੈ। ਸੋ ਇਹ ਸੀਗਾ 3.0 ਦਾ ਮੇਨ ਪੁਆਇੰਟ ਜਿਹੜੇ ਯਾਦ ਰੱਖਣ ਵਾਲੇ ਨੇ। ਤੇ 4.0 ਵੀ ਥੋੜਾ ਜਿਹਾ ਸਮਝ ਲੈਂਦੇ ਆਪਾਂ। 4.0 ਨੂੰ ਇੰਟੈਲੀਜੈਂਟ ਵੈਬ ਜਾਂ ਸਮਾਰਟ ਵੈਬ ਜਾਂ ਸਿੰਬੋਇਟਿਕ ਵੈਬ ਬੋਲਦੇ ਆ। ਟਿਮ ਓਰੇਲੀ ਤੇ ਜੌਨ ਬਟੈਲੇ ਇਹਦੇ ਵਿੱਚ ਆਹ ਬੰਦਾ ਨਹੀਂ ਹੈਗਾ, ਨਾਲ ਇਹਦੇ ਡੇਲ ਡੌਰਟੀ ਨਹੀਂ ਹੈਗਾ, ਧਿਆਨ ਰੱਖਣਾ, ਠੀਕ ਹੈ। ਟਿਮ ਓਰੇਲੀ ਹੋ ਗਈ ਆ। ਤਾਂ 4.0 ਇੱਕ ਆਟੋਨੋਮਸ, ਪ੍ਰੋਐਕਟਿਵ, ਕੰਟੈਂਟ ਐਕਸਪਲੋਰਿੰਗ, ਸੈਲਫ ਲਰਨਿੰਗ, ਕੋਲੈਬੋਰੇਟਿਵ ਐਂਡ ਕੰਟੈਂਟ ਜਨਰੇਟਿੰਗ ਏਜੰਟਸ ਬੇਸਡ। ਤਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਯੂਜ਼ 4.0 ਦੇ ਵਿੱਚ ਜ਼ਿਆਦਾ ਹੋਇਆ, ਜਿਵੇਂ ਰੋਬੋਟਸ ਵਗੈਰਾ, ਨੈਚੁਰਲ ਲੈਂਗੁਏਜ ਪ੍ਰੋਸੈਸਿੰਗ ਹੋ ਗਿਆ, ਵਰਚੁਅਲ ਰਿਐਲਿਟੀ। ਆਪਾਂ ਦੇਖਦੇ ਨਹੀਂ ਵੀ ਇੱਕ ਰੀਲਜ਼ ਦੇ ਵਿੱਚ ਫੇਸਬੁੱਕ ਤੇ ਦੇਖਦੇ ਹਾਂ ਵੀ ਇੱਕ ਕਹਿ ਲਓ ਵੀ ਸ਼ੇਰ ਜਾਂ ਗੱਡੀ ਜੀ ਐਂ ਲੱਗਦਾ ਵੀ ਸ਼ੀਸ਼ੇ ਤੋਂ ਆ ਕੇ ਬਾਹਰ ਡਿੱਗੂ, ਸ਼ੀਸ਼ਾ ਫੁੱਟ ਜਾਂਦਾ, ਉਹ ਕੀ ਹੁੰਦਾ? ਵਰਚੁਅਲ ਰਿਐਲਿਟੀ ਹੁੰਦਾ, ਠੀਕ ਆ। ਉਹ ਸਾਰੀਆਂ ਚੀਜ਼ਾਂ ਕਿਹਦੇ 'ਚ ਆ ਰਹੀਆਂ ਨੇ? 4.0 ਦੇ ਵਿੱਚ। ਤਾਂ 2009 ਦੇ ਵਿੱਚ ਟਰਮ ਇਹ ਪੁਆਇੰਟ ਹੋਈ ਹੈ, ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਇਹਦੇ 'ਚ ਪੁੱਛਿਆ ਜਾ ਸਕਦਾ। ਸੋ ਫੀਚਰ ਕਿਹੜੇ ਕਿਹੜੇ ਨੇ 2.0 ਦੇ? ਇੱਕ ਤਾਂ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਵੀ ਕੋਲੈਬੋਰੇਟਿਵ ਹੈ, ਆਹ ਵਾਲਾ ਫੀਚਰ ਸੋਸ਼ਲ ਹੈ ਤੇ ਕੋਲੈਬੋਰੇਟਿਵ ਹੈ। ਤਾਂ ਆਹ ਵੀ ਦੇਖ ਲੈਂਦੇ ਹਾਂ। ਮੋਡੂਲੈਰਿਟੀ ਕੀ ਹੈ? ਵੈਬ 2.0 ਐਪਲੀਕੇਸ਼ਨ ਆਰ ਡਿਜ਼ਾਈਨ ਟੂ ਬੀ modular, which means they are easily combined with other application or services to create new functionality। ਇਹ ਮੋਡਿਊਲਸ ਦੇ ਵਿੱਚ ਡਿਵਾਈਡ ਕੀਤਾ ਹੁੰਦਾ ਹੈ, ਬਣਾਇਆ ਜਾਂਦਾ ਹੈ, ਦੂਜੀਆਂ ਐਪਲੀਕੇਸ਼ਨ ਦੇ ਨਾਲ ਕੰਬਾਈਨ ਕਰਕੇ ਇਹਨੂੰ ਆਪਾਂ ਬਾਕੀ ਦੀ ਫੰਕਸ਼ਨੈਲਿਟੀ ਲੈ ਸਕਦੇ ਹਾਂ। This enable user to customize their experience and create new services without needing to have programming skill। ਤਾਂ ਸਾਨੂੰ ਪ੍ਰੋਗਰਾਮਿੰਗ ਨਹੀਂ ਕਰਨੀ ਪੈਂਦੀ। ਜਿਵੇਂ ਵਰਡਪ੍ਰੈਸ ਦੇ ਵਿੱਚ ਤੁਸੀਂ ਵੈਬਸਾਈਟ ਬਣਾਓਗੇ, ਸਾਰਾ ਕੁਝ ਡਰੈਗ ਐਂਡ ਡ੍ਰੌਪ ਆ, ਤੁਹਾਨੂੰ ਕੁਝ ਵੀ ਨਹੀਂ ਕਰਨਾ ਪੈਣਾ। ਤੁਸੀਂ ਜਿਹੜੀਆਂ ਚੀਜ਼ਾਂ ਤੁਹਾਨੂੰ ਚਾਹੀਦੀਆਂ ਨੇ ਉਹਦੇ ਹਿਸਾਬ ਨਾਲ ਕਸਟਮਾਈਜ਼ ਆਪਣੇ ਹਿਸਾਬ ਨਾਲ ਕਰ ਸਕਦੇ ਹੋ। ਸੋ ਇਹਦਾ ਫੀਚਰ ਹੈ ਮੋਡੂਲੈਰਿਟੀ। ਅਗਲਾ ਯੂਜ਼ਰ ਸੈਂਟਰਿਕ ਸਰਵਿਸਿਜ਼, ਇਹ ਆਪਾਂ ਗੱਲ ਕਰ ਹੀ ਚੁੱਕੇ ਹਾਂ ਵੀ ਯੂਜ਼ਰ ਦੇ ਹਿਸਾਬ ਨਾਲ ਸਰਵਿਸਿਜ਼ ਪ੍ਰੋਵਾਈਡ ਕਰਦਾ। ਵੈਬ 2.0 ਐਪਲੀਕੇਸ਼ਨ ਆਰ ਬਿਲਡ ਅਰਾਊਂਡ ਦੀ ਨੀਡ ਆਫ ਦੀ ਯੂਜ਼ਰ, ਵਿਚ ਫੋਕਸ ਔਨ ਪ੍ਰੋਵਾਈਡਿੰਗ ਸਰਵਿਸਿਜ਼ ਦੈਟ ਆਰ ਈਜ਼ੀ ਟੂ use and intuitive। These applications often incorporate user feedback and allow for user generated content which helps to create more engaging and interactive experience। ਇਹ ਆਪਾਂ ਨੂੰ ਪਤਾ ਹੀ ਹੈ ਵੀ ਅੱਜ ਕੱਲ ਯੂਜ਼ਰ ਦੀ ਨੀਡ ਹੈ, ਜਿਵੇਂ ਟਿਕਟੌਕ ਤੇ ਰੀਲਾਂ ਬਣਾਉਣੀਆਂ, ਛੋਟੇ ਕੰਟੈਂਟ ਦੀ ਲੋੜ ਹੈ, ਤਾਂ ਉਹਦੇ ਹਿਸਾਬ ਦੀਆਂ ਐਪਲੀਕੇਸ਼ਨਾਂ ਬਣ ਗਈਆਂ। ਜਾਂ ਫੇਸਬੁੱਕ ਤੇ ਅਸੀਂ ਸ਼ੇਅਰ ਨਹੀਂ ਕਰਦੇ ਵੀ ਤੁਸੀਂ 40 ਸਾਲਾਂ ਬਾਅਦ ਆਹ ਸੀਗੇ, 40 ਸਾਲਾਂ ਬਾਅਦ ਆਹ ਬਣੋਗੇ, ਇਹੋ ਜਿਹੇ ਦੇਖੋਗੇ, ਤੁਸੀਂ ਪਿਛਲੇ ਜਨਮ ਦੇ ਵਿੱਚ ਇਹੋ ਜਿਹੇ ਸੀ। ਉਹ ਯੂਜ਼ਰ ਦੀਆਂ ਨੀਡਸ ਨੇ। ਤਾਂ ਯੂਜ਼ਰ ਦੀਆਂ ਨੀਡ ਦੇ ਹਿਸਾਬ ਨਾਲ ਯੂਜ਼ਰ ਸੈਂਟਰਿਕ ਸਰਵਿਸਿਜ਼ ਨੇ ਜਿਹੜੀਆਂ 2.0 ਦਾ ਹੀ ਫੀਚਰ ਹੈ। ਤਾਂ ਇਹ ਮੋਡਿਊਲਸ ਹੈ, ਜਿਵੇਂ ਇੱਕ ਆਪਾਂ ਕਾਰ ਬਣਾਉਣੀ ਹੈ, ਹਨਾ, ਕਾਰ ਦੇ ਵਿੱਚ ਇਹ ਵਾਲਾ ਮੋਡਿਊਲ ਫਰੰਟ ਮੋਡਿਊਲ ਆ, ਇਹ ਹੋ ਗਿਆ DLO ਮੋਡਿਊਲ ਹੋ ਗਿਆ, ਹਨਾ, ਐਕਸਟੈਂਡਰ ਮੋਡਿਊਲ ਹੈ। ਇਹ ਸਾਰੇ ਮੋਡਿਊਲਸ ਦੇ ਵਿੱਚ ਚੀਜ਼ਾਂ ਬਣਦੀਆਂ ਨੇ, ਤਾਂ ਇਹਨਾਂ ਨੂੰ ਕੰਬਾਈਨ ਕਰਨਾ, ਯੂਜ਼ ਕਰਨਾ ਥੋੜਾ ਸੌਖਾ ਹੋ ਜਾਂਦਾ। ਤਾਂ ਫਿਰ ਆਪਾਂ ਦੇਖਦੇ ਹਾਂ ਵੀ 2.0 ਦੀਆਂ ਐਪਲੀਕੇਸ਼ਨਾਂ ਕਿਹੜੀਆਂ ਨੇ? ਤਾਂ ਦੋਨੋਂ ਹੀ ਨੇ। ਤਾਂ ਇਹਦਾ B ਆਂਸਰ ਹੈ, ਬੋਥ 1 and 2 are feature of 2.0 application। ਅਗਲਾ ਸਵਾਲ ਕਹਿੰਦਾ which of the following is our interactive tool of web 2.0। ਕਹਿੰਦਾ web 2.0 ਦੇ ਕਿਹੜੇ ਟੂਲ ਨੇ, ਜਾਂ ਇਹ ਕਹਿ ਲਓ ਵੀ ਕਿਹੜੇ ਕਿਹੜੇ ਤਰੀਕੇ, ਜਾਂ ਕਹਿ ਲਓ ਵੀ web 2.0 ਦੇ ਬੇਸਡ ਕਿਹੜੀਆਂ ਐਪਲੀਕੇਸ਼ਨਾਂ ਨੇ। ਆਨਲਾਈਨ ਚੈਟ ਹੈ, ਇਹ ਵੀ web 2.0 ਦਾ ਹੀ ਆਪਾਂ ਨੂੰ ਪਤਾ। ਗੂਗਲ ਡੌਕਸ ਆਪਾਂ ਨੂੰ ਪਤਾ, ਇੱਕ ਤਾਂ MS ਵਰਡ ਦੇ ਵਿੱਚ ਡਾਕੂਮੈਂਟ ਖੁੱਲਦਾ, ਇੱਕ ਆਨਲਾਈਨ ਗੂਗਲ ਦੇ ਵਿੱਚ ਵੀ ਜਾ ਕੇ ਗੂਗਲ ਡਰਾਈਵ ਦੇ ਵਿੱਚ ਗੂਗਲ ਡੌਕਸ ਖੁੱਲਦਾ ਹੈ ਨਾ।
ਤਾਂ ਇਹ ਵੀ ਦੋਨੋਂ ਹੀ ਐਪਲੀਕੇਸ਼ਨਾਂ ਨੇ ਜਿਹੜੀਆਂ ਇੰਟਰੈਕਟਿਵ ਟੂਲ ਨੇਗੇ ਵੈਬ 2.0 ਦੇ। ਕਲੀਅਰ ਹੋਈ ਗੱਲ। ਅਗਲਾ ਸਵਾਲ, ਵਿਚ ਆਫ ਦੀ ਫੋਲੋਇੰਗ ਪੇਅਰ ਆਫ ਟਾਈਪ ਐਪਲੀਕੇਸ਼ਨ ਆਫ ਵੈਬ 2.0 ਇਜ਼ ਆਰ ਕਰੈਕਟ। ਕਹਿੰਦਾ ਵੀ ਇੱਕ ਜਾਂ ਇੱਕ ਤੋਂ ਜ਼ਿਆਦਾ ਕਿਹੜੀਆਂ ਐਪਲੀਕੇਸ਼ਨਾਂ ਵੈਬ 2.0 ਦੇ ਹਿਸਾਬ ਨਾਲ ਕਰੈਕਟ ਨੇ। ਜਿਵੇਂ ਸੋਸ਼ਲ ਨੈਟਵਰਕਿੰਗ ਸਾਈਟ ਟਵਿੱਟਰ, ਕੀ ਟਵਿੱਟਰ ਇੱਕ ਸੋਸ਼ਲ ਨੈਟਵਰਕਿੰਗ ਸਾਈਟ ਹੈ? ਬਿਲਕੁਲ ਠੀਕ ਹੈ ਇਹ ਗੱਲ, ਹਨਾ। ਇੰਟਰੈਕਟਿਵ ਵੈਬ, ਇੰਟਰੈਕਟਿਵ ਜਿਹਦੇ ਨਾਲ ਅਸੀਂ ਕਮੈਂਟ ਕਰ ਸਕਦੇ ਹਾਂ, ਹਨਾ। ਤਾਂ ਫਲਿੱਕਰ ਇੱਕ ਅਮਰੀਕਨ ਇਮੇਜ ਐਂਡ ਵੀਡੀਓ ਹੋਸਟਿੰਗ ਵੈਬਸਾਈਟ ਆ, ਤਾਂ ਇਹ ਇੰਟਰੈਕਟਿਵ ਹੋਗੀ ਵੀ ਆਪਾਂ ਵੀਡੀਓ ਵਗੈਰਾ ਹੋਸਟਿੰਗ ਕਰ ਸਕਦੇ ਆ ਆਪਣੀ, ਹਨਾ। ਤਾਂ ਇਹ ਵੀ ਦੋਨੋਂ ਜਿਹੜੀਆਂ ਨੇ ਠੀਕ ਨੇ, ਦੋਨੋਂ ਹੀ ਗੱਲਾਂ ਠੀਕ ਨੇ, ਕਲੀਅਰ ਨੇ, ਠੀਕ ਹੈ। ਅਗਲਾ, ਜਿਵੇਂ ਵੈਬਸਾਈਟ ਦੈਟ ਇੰਡੀਵਿਜੂਅਲ ਕੈਨ ਯੂਜ਼ ਟੂ ਪੋਸਟ ਨਿਊਜ਼ ਓਪੀਨੀਅਨ। ਕਹਿੰਦਾ ਉਹ ਵਾਲੀ ਵੈਬਸਾਈਟ ਜਿਹਦੇ ਵਿੱਚ ਇੰਡੀਵਿਜੂਅਲ ਇੱਕ ਆਪਣੀਆਂ ਪੋਸਟ ਨਿਊਜ਼ ਜਾਂ ਓਪੀਨੀਅਨ ਰੱਖ ਸਕਦਾ। ਕੀ ਉਹ ਪੋਡਕਾਸਟ ਹੈ? ਬਿਲਕੁਲ ਨਹੀਂ ਹੈ, ਵੈਬ 2.0 ਹੈ। ਐਗਰੀਗੇਟਰ ਹੈ? ਨਹੀਂ ਹੈ। ਵੈਬ 2.0 ਵੀ ਇੱਕ ਕਹਿ ਲਈਏ ਵੀ ਇੱਕ ਫੀਚਰ ਪ੍ਰੋਵਾਈਡ ਕਰਦਾ, ਤਾਂ ਇਸੇ ਨੂੰ ਥੋੜੀ ਕਹਿ ਸਕਦੇ ਵੀ ਵੈਬ 2.0 ਹੈ। ਵੈਬ 2.0 ਇੱਕ ਮੈਥਡ, ਤਰੀਕਾ ਹੋ ਸਕਦਾ, ਪਰ ਉਹਨੂੰ ਵੈਬ 2.0 ਨਹੀਂ ਆਪਾਂ ਕਹਿ ਸਕਦੇ। ਵੈਬ 2.0 ਇੱਕ ਸਰਵਿਸ ਹੈ, ਆਪਾਂ ਕਹਿ ਸਕਦੇ ਹਾਂ, ਠੀਕ ਹੈ। ਫੀਚਰ ਹੈ, ਜਿਵੇਂ ਆਪਾਂ ਕਾਰ ਦੇ ਵਿੱਚ ਕੋਈ ਫੀਚਰ ਕਹਿ ਦਈਏ ਤਾਂ ਉਹਦਾ ਫੀਚਰ ਹੈ ਜਨਰੇਸ਼ਨ ਦੇ ਹਿਸਾਬ ਨਾਲ, ਹਨਾ। ਬਲੌਗ ਆਨਸਰ ਇਹਦਾ। ਸੋ ਆਪਾਂ ਦੇਖਦੇ ਹਾਂ, ਪਹਿਲਾਂ ਸਮਝਦੇ ਹਾਂ ਵੀ ਬਲੌਗ ਹੁੰਦਾ ਕੀ ਹੈ। ਬਲੌਗ ਦੇ ਵਿੱਚੋਂ ਵੀ ਬਹੁਤ ਜ਼ਿਆਦਾ ਸਵਾਲ ਪੁੱਛੇ ਜਾਂਦੇ ਨੇ। ਸਬ ਇੰਸਪੈਕਟਰ ਦੇ ਵਿੱਚ ਵੀ, ਸਬ ਇੰਸਪੈਕਟਰ ਦੇ ਵਿੱਚ ਤਾਂ 2-3 ਸਵਾਲ ਇਹਦੇ ਵਿੱਚ ਪੁੱਛੇ ਗਏ ਨੇ, ਸੋ ਇਹਨੂੰ ਧਿਆਨ ਨਾਲ ਦੇਖਾਂਗੇ ਆਪਾਂ। ਆਹ ਡਾਇਰੈਕਟ ਲਾਈਨ ਵੀ ਪੁੱਛੀ ਗਈ ਹੈ, ਇਹ ਪਰਸਨਲ ਔਰ ਕਾਰਪੋਰੇਟ ਵੈਬਸਾਈਟ ਇਨ ਦੀ ਫਾਰਮ ਆਫ ਜਰਨਲ ਇਜ਼ ਨੋਨ ਐਸ ਬਲੌਗ। ਜਾਂ ਤਾਂ ਆਪਣੇ ਕੋਲੇ ਪਰਸਨਲ ਕਾਰਪੋਰੇਟ ਵੈਬਸਾਈਟ ਹੋਵੇ, ਉਹਨੂੰ ਕੀ ਬੋਲਦੇ ਨੇ ਆ? ਬਲੌਗ। ਬਲੌਗ ਬਣਾਇਆ ਕਿਹਨੇ ਸੀ? ਪ੍ਰਿਆ ਲੈਬ ਨੇ ਬਣਾਇਆ ਸੀ, ਬਾਅਦ ਦੇ ਵਿੱਚ 2003 ਦੇ ਵਿੱਚ ਗੂਗਲ ਨੇ ਐਕਵਾਇਰ ਕਰ ਲਿਆ ਸੀ। ਹੁਣ ਇਹ ਸਵਾਲ ਵੀ ਬਣ ਸਕਦਾ ਕਿ ਬਲੌਗ ਸੀ ਜਿਹੜਾ ਗੂਗਲ ਨੇ ਕਦੋਂ ਐਕਵਾਇਰ ਕੀਤਾ ਸੀ? 2003 ਦੇ ਵਿੱਚ। ਕਲੀਅਰ ਹੋਈ ਗੱਲ। ਅਗਲਾ ਪੁਆਇੰਟ ਕਹਿੰਦਾ ਬਲੌਗ ਇਜ਼ ਟਾਈਪ ਆਫ ਵੈਬਸਾਈਟ ਵੇਅਰ ਕੰਟੈਂਟ ਇਜ਼ ਪ੍ਰੈਜ਼ੈਂਟਡ ਇਨ ਰਿਵਰਸ ਕ੍ਰੋਨੋਲੋਜੀਕਲ ਆਰਡਰ। ਤਾਂ ਬਲੌਗ ਇੱਕ ਤਰ੍ਹਾਂ ਦੀ ਵੈਬਸਾਈਟ ਹੀ ਹੁੰਦੀ ਹੈ ਜਿਹਦੇ ਵਿੱਚ ਕੰਟੈਂਟ ਹੁੰਦਾ ਜਿਹੜਾ ਉਹ ਰਿਵਰਸ ਕ੍ਰੋਨੋਲੋਜੀਕਲ ਆਰਡਰ ਦੇ ਵਿੱਚ ਹੁੰਦਾ, ਵੀ ਜਿਹੜਾ ਨਵਾਂ ਕੰਟੈਂਟ ਆ ਉੱਪਰ ਆਈ ਜਾਂਦਾ। ਜਿਵੇਂ ਜਿਵੇਂ ਆਪਾਂ ਪੋਸਟਾਂ ਪਾਉਂਦੇ ਜਾਂਦੇ ਹਾਂ, ਜਿਵੇਂ ਫੇਸਬੁੱਕ, ਇੰਸਟਾਗ੍ਰਾਮ ਤੇ ਆਪਾਂ ਪੋਸਟਾਂ ਪਾਉਂਦੇ ਹਾਂ, ਜਿਹੜਾ ਕੰਟੈਂਟ ਨਵਾਂ ਹੁੰਦਾ ਉੱਪਰ ਆਈ ਜਾਂਦਾ। ਹਾਲਾਂਕਿ ਫੇਸਬੁੱਕ ਤੇ ਜਿਹੜੇ ਇੰਸਟਾਗ੍ਰਾਮ ਹੈ, ਇਹ ਸੋਸ਼ਲ ਮੀਡੀਆ ਪਲੇਟਫਾਰਮਸ ਨੇ, ਬਲੌਗ ਨਹੀਂ ਹੈ। ਬਲੌਗ ਸਰਵਿਸ ਹੈ ਜਿਹੜੀ ਇਹ ਗੂਗਲ ਪ੍ਰੋਵਾਈਡ ਕਰਦਾ। blogger.com ਸਾਈਟ ਤੇ ਜਾ ਕੇ ਤੁਸੀਂ ਆਪਣਾ ਬਲੌਗ ਬਣਾ ਸਕਦੇ ਹੋ, ਠੀਕ ਹੈ। ਅਗਲਾ ਪੁਆਇੰਟ ਹੈਗਾ, ਜਿਵੇਂ ਬਲੌਗਸ ਆਰ ਟਾਈਪ ਆਫ ਵੈਬਸਾਈਟ। ਕਹਿੰਦਾ ਬਲੌਗ ਇੱਕ ਵੈਬਸਾਈਟ ਦੀ ਹੀ ਟਾਈਪ ਹੈ। ਓਨਲੀ ਡਿਫਰੈਂਸ between blog and other types of website is that blog are updated on regular basis with new content। blog ਹੁੰਦਾ ਜਿਹੜਾ ਉਹ ਰੈਗੂਲਰ ਬੇਸਿਸ ਤੇ ਅਪਡੇਟ ਹੁੰਦਾ, ਬਟ ਜਿਹੜੀ ਵੈਬਸਾਈਟ ਹੁੰਦੀ ਆ ਉਹ ਰੈਗੂਲਰ ਬੇਸਿਸ ਤੇ ਅਪਡੇਟ ਨਹੀਂ ਹੁੰਦੀਆਂ, ਹਨਾ। ਜਿਵੇਂ ਆਪਾਂ ਕਿਸੇ ਯੂਨੀਵਰਸਿਟੀ ਦੀ ਵੈਬਸਾਈਟ ਲੈ ਲਈਏ ਤਾਂ ਇਹ ਤਾਂ ਨਹੀਂ ਹੁੰਦਾ ਵੀ ਸਾਰਾ ਕੁਝ ਹੀ ਚੇਂਜ ਹੋ ਗਿਆ ਉਹਦੇ ਵਿੱਚ। ਜੇ ਕਿਸੇ ਬੰਦੇ ਦਾ ਬਲੌਗ ਲੈ ਲਈਏ ਤਾਂ ਉਹ ਚੇਂਜ ਹੁੰਦਾ ਰਹਿੰਦਾ ਡੇਲੀ ਬੇਸਿਸ ਤੇ। ਜਿਵੇਂ ਲੋਕ ਵੀਡੀਓ ਬਣਾਉਂਦੇ ਉਹਨੂੰ ਵੀ ਬਲੌਗ ਕਹੀ ਜਾਂਦੇ ਨੇ, ਹਨਾ, ਅਸਲ ਦੇ ਵਿੱਚ। ਅਪਡੇਟ ਨਾਟ ਅਪਡੇਟਡ ਫ੍ਰੀਕੁਐਂਟਲੀ, ਤਾਂ ਵੈਬਸਾਈਟ ਹੈ ਜਿਹੜੀ ਫ੍ਰੀਕੁਐਂਟਲੀ ਅਪਡੇਟ ਨਹੀਂ ਹੁੰਦੀਆਂ, ਠੀਕ ਹੈ। ਇਨ ਸਿੰਪਲ ਟਰਮਸ ਆਲ ਬਲੌਗ ਕੈਨ ਬੀ ਵੈਬਸਾਈਟ ਔਰ ਪਾਰਟ ਆਫ ਵੈਬਸਾਈਟ। ਸਾਰੇ ਜਿਹੜੇ ਬਲੌਗ ਨੇ, ਮੰਨ ਲਓ ਇਹ ਬਲੌਗ ਹੈ, ਠੀਕ ਹੈ। ਇਹ ਸਵਾਲ ਵੀ ਸ਼ਾਇਦ ਬਣ ਸਕਦਾ, ਪਰ ਇਹ ਲੈਵਲ ਕਾਫੀ ਬਣ ਜਾਊਗਾ, ਮੈਨੂੰ ਨਹੀਂ ਲੱਗਦਾ ਬਣ ਜਾਊਗਾ। ਆਲ ਵੈਬਸਾਈਟ ਕੈਨ ਬੀ ਬਲੌਗ, ਇਹ ਵੈਬਸਾਈਟ ਨਹੀਂ ਹੈ, ਤੁਸੀਂ ਰੀਜ਼ਨਿੰਗ 'ਚ ਪੜ੍ਹਦੇ ਹੋਵੋਗੇ ਇਹ ਵੈਨ ਡਾਇਗ੍ਰਾਮ, ਹਨਾ। ਸਾਰੇ ਬਲੌਗਸ ਨੇ ਜਿਹੜੇ ਇਹ ਵੈਬਸਾਈਟ ਹੋ ਸਕਦੇ ਨੇ। ਨੋਟ ਆਲ ਵੈਬਸਾਈਟ ਕੈਨ ਬੀ ਬਲੌਗਸ। ਸਾਰੀਆਂ ਕੁਝ ਇੱਥੇ ਵੈਬਸਾਈਟ ਹੋਣਗੀਆਂ ਜਿਹੜੀਆਂ ਬਲੌਗ ਨਹੀਂ ਹੋਣਗੀਆਂ। ਬਲੌਗ ਕੋਈ ਵੀ ਹੋਇਆ ਉਹ ਵੈਬਸਾਈਟ ਹੋਣੀ ਹੈ, ਇਹ ਗੱਲ ਯਾਦ ਰੱਖਣੀ ਹੈ, ਠੀਕ ਹੈ। ਤਾਂ ਇਹ blogger.com ਸਾਈਟ ਹੈ, ਇੱਥੋਂ ਕ੍ਰੀਏਟ ਯੂਅਰ ਬਲੌਗ, ਤੁਸੀਂ ਆਪਣਾ ਇੱਕ ਪਰਸਨਲ ਬਲੌਗ ਕ੍ਰੀਏਟ ਕਰ ਸਕਦੇ ਹੋ, ਠੀਕ ਹੈ। ਸਾਰੀਆਂ ਵੀਡੀਓ YouTube ਤੇ ਦਿੱਤੀਆਂ ਹੋਈਆਂ ਨੇ ਕਿਵੇਂ ਆਪਾਂ ਬਲੌਗ ਬਣਾਉਣਾ, ਵੈਬਸਾਈਟ ਦੀ ਤਰ੍ਹਾਂ ਹੀ ਲੱਗੂਗਾ। ਜਿੰਨੀ ਵੀ ਤੁਸੀਂ ਪੋਸਟਾਂ ਕ੍ਰੀਏਟ ਕਰਨੀਆਂ ਪੈਣੀਆਂ ਫੇਸਬੁੱਕ, ਇੰਸਟਾਗ੍ਰਾਮ ਤੇ ਪਾਉਣੇ ਹੋ, ਉਵੇਂ ਹੀ ਤੁਸੀਂ ਪੋਸਟਾਂ ਇਹਦੇ ਤੇ ਪਾ ਸਕਦੇ ਹੋ, ਠੀਕ ਹੈ। ਥੋੜੇ ਜਿਹੇ ਪੁਆਇੰਟ ਹੋਰ ਨੇ, ਇੱਕ ਦੋ ਦੇਖ ਲੈਂਦੇ ਆ। ਜਿਵੇਂ ਜਿਹੜਾ ਵਰਡ ਬਲੌਗ ਹੈ ਕਿੱਥੋਂ ਆਇਆ? ਵੀਲੌਗ ਤੋਂ ਆਇਆ, ਠੀਕ ਹੈ। ਇਹ ਵੀ ਤੁਸੀਂ ਯਾਦ ਰੱਖ ਸਕਦੇ ਹੋ। ਬਾਕੀ ਆਹ ਦਿੱਤਾ ਹੋਇਆ, ਸਾਰੀਆਂ ਚੀਜ਼ਾਂ ਪੜ੍ਹ ਲਿਓ। ਤੇ ਬਲੌਗ ਬਣਾਉਣ ਦੇ ਲਈ ਵਰਡਪ੍ਰੈਸ 'ਚ ਵੀ ਜਾ ਸਕਦੇ ਹੋ, ਟੰਬਲਰ ਹੋ ਗਿਆ, ਮੀਡੀਅਮ provides tool and template to make easy for anyone to create a blog। ਤਾਂ ਇੱਥੇ ਜਾ ਸਕਦੇ ਹੋ। ਬਾਕੀ ਦੇ ਜਿਹੜੇ ਪੈਰੇ ਨੇ ਤੁਸੀਂ ਪੜ੍ਹਨੇ ਆ ਪੜ੍ਹ ਲਿਓ, ਨਹੀਂ ਤਾਂ ਸਫੀਸ਼ੀਐਂਟ ਹੈ, ਹਨਾ। ਹੁਣ ਆ ਵੀ ਅਗਲਾ ਬੜਾ ਸਵਾਲ ਵਧੀਆ, ਇਹਦੇ ਤੇ ਸਵਾਲ ਪੁੱਛਿਆ। ਬਲੌਗ ਕਹਿੰਦਾ ਇੱਕ 1 ਵੇ ਕਮਿਊਨੀਕੇਸ਼ਨ ਹੈ ਕਿ 2 ਵੇ ਕਮਿਊਨੀਕੇਸ਼ਨ ਹੈ।
ਤਾਂ ਇਹ ਦੋਨੋਂ ਤਰੀਕੇ ਦਾ ਹੀ ਹੈ, ਵਨ ਵੇ ਵੀ ਹੋ ਸਕਦਾ, ਟੂ ਵੇ ਵੀ ਹੋ ਸਕਦਾ। ਬਟ ਇਹ ਜਨਰਲ ਆਮ ਤੌਰ ਤੇ ਜੇ ਆਪਾਂ ਕਹੀਏ ਤਾਂ ਬਲੌਗ ਇੱਕ ਵਨ ਵੇ ਕਮਿਊਨੀਕੇਸ਼ਨ ਹੈ। ਇਨ ਇਟਸ ਬੇਸਿਕ ਫਾਰਮ ਬਲੌਗ ਇਜ਼ ਏ ਵਨ ਵੇ ਕਮਿਊਨੀਕੇਸ਼ਨ। ਇਹ ਸਵਾਲ ਸਬ ਇੰਸਪੈਕਟਰ ਨੇ ਪੁੱਛਿਆ ਸੀ, ਆਪਾਂ ਅੱਗੇ ਦੇਖਦੇ ਹਾਂ। ਵੇਅਰ ਦਾ ਆਥਰ ਰਾਈਟਸ ਏ ਪੋਸਟ ਐਂਡ ਦਾ ਰੀਡਰ ਰੀਡਸ ਇਟ। ਜਿੱਥੇ ਆਥਰ ਕੁਝ ਲਿਖਦਾ ਤੇ ਰੀਡਰ ਨੇ ਜਿਹੜੇ ਉਹ ਰੀਡ ਕਰ ਲੈਂਦੇ ਨੇ। ਦਾ ਰੀਡਰ ਕੈਨ ਲੀਵਸ ਏ ਕਮੈਂਟ ਬਟ ਦਾ ਆਥਰ ਡਜ਼ ਨਾਟ ਹੈਵ ਟੂ ਰਿਸਪੌਂਡ ਟੂ them। ਕੋਈ ਕਮੈਂਟ ਕਰੀ ਜਾਂਦਾ, ਆਥਰ ਦੀ ਮਰਜ਼ੀ ਹੈ, ਕਮੈਂਟ ਕਰ ਸਕਦਾ, ਅਦਰਵਾਈਜ਼ ਨਹੀਂ ਵੀ ਕਰ ਸਕਦਾ, ਠੀਕ ਹੈ। ਤਾਂ ਕਰਕੇ ਇਹਨੂੰ ਵਨ ਵੇ ਹੀ ਮੰਨਿਆ ਜਾਂਦਾ ਹੈ। ਇਨ ਦਿਸ ਕੇਸ ਇਟ ਇਜ਼ ਵਨ ਵੇ ਕਮਿਊਨੀਕੇਸ਼ਨ ਵੇਅਰ ਦਾ ਆਥਰ ਇਜ਼ ਓਨਲੀ ਵਨ ਐਕਟੀਵਿਟੀ ਕ੍ਰੀਏਟਿੰਗ ਕੰਟੈਂਟ। ਮੈਨੂੰ ਲੱਗਦਾ ਸ਼ਾਇਦ ਮੈਨੂੰ ਪ੍ਰੋਪਰ ਯਾਦ ਨਹੀਂ, ਜਿਹੜੀ ਮੈਂ ਪਿਛਲੀਆਂ ਵੀਡੀਓ ਕਰਾਈਆਂ ਸੀ ਸਬ ਇੰਸਪੈਕਟਰ ਦੇ ਪੇਪਰ ਤੋਂ ਪਹਿਲਾਂ 8 ਆਪਾਂ ਪ੍ਰੀਵੀਅਸ ਈਅਰ ਕੁਐਸਚਨ ਕੀਤੇ ਸੀ, ਉਹਦੇ ਵਿੱਚ ਸ਼ਾਇਦ ਮੈਂ ਟੂ ਵੇ ਕਿਹਾ ਹੋਵੇ, ਤਾਂ ਉਹ ਕਰੈਕਟ ਕਰ ਲਿਓ ਜਿਨ੍ਹਾਂ ਨੇ ਪਹਿਲਾਂ ਉਹ ਵੀਡੀਓ ਦੇਖੀਆਂ ਸੀ। ਤਾਂ ਹੁਣ ਮੈਨੂੰ ਪ੍ਰੋਪਰ ਨਹੀਂ ਯਾਦ ਵੀ ਆਪਾਂ ਕੀ ਦੱਸਿਆ ਸੀ, ਤੁਸੀਂ ਚੈੱਕ ਕਰ ਲਿਓ। ਉਦੋਂ ਮੇਰੀ ਇੰਨੀ ਨੌਲੇਜ ਥੋੜੀ ਜਿਹੀ ਘੱਟ ਸੀਗੀ, ਨੌਲੇਜ ਦੇ ਵਿੱਚ ਨਹੀਂ ਸੀਗਾ, ਠੀਕ ਹੈ। ਉਹ ਸੈੱਟ ਕਰ ਲਿਓ। ਹਾਊਐਵਰ ਬਲੌਗ ਕੈਨ ਆਲਸੋ ਬੀ ਯੂਜ਼ਡ ਫॉर ਟੂ ਵੇ ਕਮਿਊਨੀਕੇਸ਼ਨ। ਬਟ ਕਹਿੰਦਾ ਟੂ ਵੇ ਦੀ ਤਰ੍ਹਾਂ ਵੀ ਯੂਜ਼ ਕਰ ਸਕਦੇ ਆ, ਵੇਅਰ ਦਾ ਆਥਰ ਐਂਡ ਰੀਡਰ ਐਂਗੇਜ ਇਨ ਕਨਵਰਸੇਸ਼ਨ ਥਰੂ ਕਮੈਂਟ ਸੈਕਸ਼ਨ। ਜਿੱਥੇ ਆਥਰ ਇਹ ਮੰਨੇ ਕਿ ਆਪਾਂ ਟੂ ਵੇ ਬਣਾਉਣਾ ਇਹਨੂੰ ਤਾਂ ਬਣਾ ਸਕਦੇ ਆ। ਤਾਂ ਕਰਕੇ ਮੈਂ ਆਨਸਰ ਥੋੜਾ ਜਿਹਾ ਉਧਰ ਨੂੰ ਝੁਕਾਵ ਕਰਤਾ ਸੀ ਜ਼ਿਆਦਾ। ਤਾਂ ਕੋਈ ਵੀ ਚੀਜ਼ ਹੈ ਜਿਹੜੀ ਉਹ ਆਨਸਰ ਦੇ ਹਿਸਾਬ ਨਾਲ, ਕੁਐਸਚਨ ਦੇ ਹਿਸਾਬ ਨਾਲ ਹੀ ਉਹਦਾ ਆਨਸਰ ਬਣਦਾ ਹੈ ਨਾ। ਤਾਂ ਆਥਰ ਕੈਨ ਰਿਸਪੌਂਡ ਟੂ ਕਮੈਂਟਸ ਐਂਡ ਇੰਟਰੈਕਟ ਵਿਦ ਰੀਡਰ ਮੇਕਿੰਗ ਇਟਸ ਟੂ ਵੇ। ਤਾਂ ਬਣਾ ਸਕਦੇ ਆ, ਬਟ ਜਨਰਲੀ ਜਿਹੜਾ ਹੈ ਉਹ ਵਨ ਵੇ ਹੁੰਦਾ ਹੈ ਨਾ। ਤਾਂ ਸਵਾਲ ਸੀਗਾ ਇਹ, ਵੈਬਸਾਈਟ that individual can use to post news opinion। ਤਾਂ ਉਹ ਕੀ ਹੁੰਦਾ, ਬਲੌਗ ਹੁੰਦਾ। ਤਾਂ ਡੀ ਆਨਸਰ ਹੈ, ਠੀਕ ਹੈ। ਆ ਦੇਖੋ ਅਗਲਾ ਸਵਾਲ ਬੜਾ ਵਧੀਆ ਆ ਗਿਆ। ਆਹੀ ਸਵਾਲ ਹਾਂ 22 ਅਗਸਤ 2021 ਦਾ। ਕਹਿੰਦਾ ਵਿਚ ਆਫ ਦੀ ਫੋਲੋਇੰਗ ਸਟੇਟਮੈਂਟ ਇਜ਼ ਕਰੈਕਟ। ਜਿੱਥੇ ਇਜ਼ ਕਰੈਕਟ ਆ ਗਿਆ ਗੋਲਾ ਲਾ ਲੈਣਾ ਆਪਾਂ। ਰਿਗਾਰਡਿੰਗ ਬਲੌਗ ਇਜ਼ ਏ ਟਾਈਪ ਆਫ ਇੰਟਰਨੈਟ ਵੈਬਸਾਈਟ। ਇਹ ਬਿਲਕੁਲ ਠੀਕ ਹੈ। ਮਟੀਰੀਅਲ ਸੱਚ ਐਜ਼ ਟੈਕਸਟ, ਗ੍ਰਾਫਿਕ, ਆਡੀਓ, ਵੀਡੀਓ ਕੈਨ ਆਲਸੋ ਬੀ ਸ਼ੇਅਰਡ ਯੂਜ਼ਿੰਗ ਬਲੌਗ। ਇਹ ਵੀ ਠੀਕ ਹੈ। ਬਲੌਗ ਦੇ ਵਿੱਚ ਆਪਾਂ ਸਾਰਾ ਕੁਝ ਹੀ ਰੱਖ ਸਕਦੇ ਹਾਂ, YouTube ਵੀਡੀਓ ਵੀ ਚਲੀਆਂ ਜਾਂਦੀਆਂ ਨੇ, ਗ੍ਰਾਫਿਕਸ ਵੀ ਚਲੇ ਜਾਂਦੇ ਨੇ, ਆਡੀਓ ਪੋਡਕਾਸਟ ਵੀ ਹੋ ਸਕਦਾ, ਠੀਕ ਹੈ। ਅਗਲਾ, ਬਲੌਗ ਇਜ਼ ਨਾਰਮਲੀ ਏ ਵਨ ਵੇ ਕਮਿਊਨੀਕੇਸ਼ਨ। ਕਹਿੰਦਾ ਆਮ ਤੌਰ ਤੇ ਬਲੌਗ ਇੱਕ ਵਨ ਵੇ ਕਮਿਊਨੀਕੇਸ਼ਨ ਹੈ। ਵੇਅਰ ਯੂਜ਼ਰ ਗਿਵਸ ਹਿਸ ਆਈਡੀਆ ਔਰ ਕਮੈਂਟਸ ਔਨ ਦੈਟ ਬਲੌਗ। ਇਹ ਗੱਲ ਬਿਲਕੁਲ ਠੀਕ ਹੈ, ਆਪਾਂ ਪੜ੍ਹ ਲਈਆਂ ਹਨਾ। ਤਾਂ ਫਿਰ ਇਹਦੀਆਂ ਤਿੰਨੋਂ ਹੀ ਗੱਲਾਂ ਠੀਕ ਨੇ, ਇਹਦਾ ਬੀ ਆਨਸਰ ਹੈ, ਠੀਕ ਹੈ। ਅਗਲਾ ਸਵਾਲ ਕਹਿੰਦਾ ਵਿਚ ਆਫ ਦੀ ਫੋਲੋਇੰਗ ਇਜ਼ ਮੈਟਾ ਸਰਚ ਇੰਜਨ। ਇਹ ਵੀ ਦੇਖੋ ਇੰਟੈਲੀਜੈਂਸ ਕਾਂਸਟੇਬਲ ਦਾ ਸਵਾਲ ਹੈ, ਬੜਾ ਵਧੀਆ ਸਵਾਲ ਹੈ। ਮੈਟਾ ਸਰਚ ਇੰਜਨ ਕਿਹੜਾ ਹੈ? ਕਿ ਗੂਗਲ ਹੈ, ਬਿੰਗ ਹੈ, ਯਾਹੂ ਹੈ, ਡਕਡਕੋ ਹੈ। ਪਹਿਲਾਂ ਤਾਂ ਆਪਾਂ ਇਹ ਸਮਝ ਗਏ ਵੀ ਮੈਟਾ ਸਰਚ ਇੰਜਨ ਹੁੰਦਾ ਕੀ ਹੈ ਹਨਾ। ਪਹਿਲਾਂ ਸਰਚ ਇੰਜਨ ਦੇਖਦੇ ਹਾਂ। ਸਰਚ ਇੰਜਨ ਆਰ ਹਿਊਜ ਡੇਟਾਬੇਸ, ਬਹੁਤ ਵੱਡਾ ਡੇਟਾਬੇਸ ਹੁੰਦਾ ਹੈ। ਉਹ ਵੈਬ ਪੇਜਸ, ਕਾਹਦਾ ਡੇਟਾਬੇਸ? ਬਹੁਤ ਸਾਰੀਆਂ ਵੈਬਸਾਈਟਸ ਦਾ ਜਾਂ ਵੈਬ ਪੇਜ ਦਾ ਇੱਕ ਡੇਟਾਬੇਸ ਹੁੰਦਾ ਹੈ। that have been assembled automatically by machine, ਜਿਹੜਾ ਕਿ ਕੰਪਿਊਟਰਾਂ ਦੁਆਰਾ, ਮਸ਼ੀਨਾਂ ਦੁਆਰਾ ਆਪਸ ਦੇ ਵਿੱਚ ਅਸੈਂਬਲ ਕੀਤਾ ਜਾਂਦਾ। ਕਲੀਅਰ। ਸੋ ਮੇਨਲੀ देयर आर टू टाइप्स ऑफ the search engine, individual search engine and meta search engine। ਜਿਹੜੇ ਇਕੱਲੇ ਹੀ ਕੰਮ ਕਰਦੇ ਨੇ ਉਹਨਾਂ ਨੂੰ ਇੰਡੀਵਿਜੂਅਲ ਬੋਲਦੇ ਨੇ, ਆ ਜਿਹੜੇ ਇੱਕ ਤੋਂ ਜ਼ਿਆਦਾ ਸਰਚ ਰਿਜ਼ਲਟਸ ਨੂੰ ਕੰਬਾਈਨ ਕਰਕੇ ਰਿਜ਼ਲਟ ਦਿੰਦੇ ਨੇ ਉਹ ਕੀ ਹੁੰਦੇ ਨੇ? ਮੈਟਾ ਸਰਚ ਇੰਜਨ। ਮੈਟਾ ਸਰਚ ਇੰਜਨ ਨੂੰ ਸਰਚ ਐਗਰੀਗੇਟਰ ਵੀ ਕਹਿੰਦੇ ਨੇ, ਵੀ ਯਾਦ ਰੱਖਣਾ, ਠੀਕ ਹੈ। ਰਿਸੋਰਸ ਪਏ ਨੇ ਬਹੁਤ ਸਾਰੇ ਸਰਚ ਇੰਜਨ, ਪਹਿਲੇ ਸਰਚ ਇੰਜਨ, ਦੂਜਾ ਸਰਚ ਇੰਜਨ, ਤੀਜਾ ਸਰਚ ਇੰਜਨ। ਤਿੰਨੇ ਸਰਚ ਇੰਜਨ ਨੂੰ ਵਰਤ ਕੇ ਫਿਰ ਜਿਹੜੀਆਂ ਕੁਐਰੀਜ਼ ਵਗੈਰਾ ਲਗਾ ਕੇ ਉਹਦਾ ਰਿਸਪੌਂਸ ਜਿਹੜਾ ਹੁੰਦਾ, ਕੁਐਰੀ ਹੁੰਦੀ ਹੈ ਕਿਸੇ ਚੀਜ਼ ਦੇ ਲਈ, ਆਪਾਂ ਕੋਈ ਸਰਚ ਆਊਟ ਕਰਨ ਦੇ ਲਈ ਆਪਾਂ ਕੋਈ ਟਾਈਪ ਕੀਤਾ ਤੇ ਐਂਟਰ ਮਾਰਿਆ, ਵੀ ਜਿਵੇਂ ਫਾਈਂਡ ਏ ਬੈਸਟ ਕੋਚਿੰਗ ਆਫ ਕੰਪਿਊਟਰ ਔਨ ਇੰਟਰਨੈਟ, ਉਹ ਹੋ ਗਈ ਕੁਐਰੀ। ਰਿਸਪੌਂਸ ਉਹਨੇ ਵੈਬਸਾਈਟਾਂ ਜਾਂ YouTube ਚੈਨਲ ਕੱਢ ਕੇ ਦੇਤੇ, ਉਹ ਹੋ ਗਿਆ ਉਹਦਾ ਰਿਸਪੌਂਸ। ਤਾਂ ਉਹਨੂੰ ਰੈਂਕਿੰਗ ਬੇਸਡ, ਜਿਹੜੇ ਸਰਚ ਇੰਜਨ ਨੇ ਜ਼ਿਆਦਾ ਰਿਜ਼ਲਟ ਅੱਛੇ ਦਿੱਤੇ ਉਹਦੇ ਬੇਸ ਤੇ ਉਹਦੀ ਰੈਂਕਿੰਗ ਕਰਕੇ ਆਪਾਂ ਨੂੰ ਕੰਬਾਈਨ ਰਿਜ਼ਲਟ ਦਿੰਦਾ, ਉਹਨੂੰ ਮੈਟਾ ਸਰਚ ਇੰਜਨ ਬੋਲਦੇ ਆ। ਮੈਟਾ ਸਰਚ ਇੰਜਨ is a search engine that combines the result of various search engine into one and gives result. It can also stated as a online information retrieval tool। ਇਹਨੂੰ ਇਹ ਵੀ ਕਿਹਾ ਜਾ ਸਕਦਾ, ਠੀਕ ਹੈ। ਸੋ ਇਹ ਲਿਸਟ ਹੈ ਡਕਡਕਗੋ, ਇਹ ਪੜ੍ਹਨੀ ਬਣੀ ਆਪਾਂ ਨੂੰ ਕਿਉਂਕਿ ਇਹ ਪੁੱਛਿਆ ਗਿਆ। ਮਿਲੀਅਨ ਸ਼ਾਟ, ਐਕਸਾਈਟ, ਸੀਆਰਐਕਸ, ਈਪੀ, ਗਿਬਰੋ ਤੇ ਮੈਟਾ ਕ੍ਰਾਲਰ ਹਨਾ। ਸੋ ਇਹਦੇ ਵਿੱਚ ਕੀ ਆਨਸਰ ਹੋ ਜਾਊਗਾ ਆਪਣਾ? ਡਕਡਕਗੋ। ਅਗਲਾ ਸਵਾਲ ਹੈ ਵੀ ਬਲੌਗ ਬਾਰੇ ਹੀ ਆ। ਕਹਿੰਦਾ ਵਿਚ ਆਫ ਦੀ ਫੋਲੋਇੰਗ ਸਟੇਟਮੈਂਟਸ ਇਜ਼ ਆਰ ਟਰੂ ਵਿਦ ਰਿਗਾਰਡਸ ਟੂ ਵੈਬਸਾਈਟ ਦੇ ਰਿਗਾਰਡਿੰਗ ਹੇਠ ਲਿਖਿਆ ਜੋ ਕਿਹੜੀ ਸਟੇਟਮੈਂਟ ਠੀਕ ਆ? ਇਹ ਬਲੌਗ ਇਜ਼ ਏ ਵੈਬਸਾਈਟ ਦੈਟ ਕੰਸਿਸਟ ਆਫ ਪੋਸਟ ਇਨ ਰਿਵਰਸ ਕ੍ਰੋਨੋਲੋਜੀਕਲ ਆਰਡਰ। ਇਹ ਬਿਲਕੁਲ ਠੀਕ ਆ, ਆਪਾਂ ਹੁਣੀ ਪੜ੍ਹ ਕੇ ਆਏ ਆ।
ਕਹਿੰਦਾ ਵਿਕੀ ਇਜ਼ a website that is designed to allow people to collaborate easily। ਇਹ ਦੇਖੋ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਵਿਕੀਪੀਡੀਆ ਤੇ ਸਵਾਲ ਪੁੱਛਿਆ ਜਾ ਸਕਦਾ ਹੈ। ਵਿਕੀਪੀਡੀਆ ਇੱਕ ਵਿਕੀ ਦਾ ਪ੍ਰੋਜੈਕਟ ਹੈ। ਵਿਕੀ ਇੱਕ ਆਨਲਾਈਨ ਕਹਿ ਸਕਦੇ ਹਾਂ ਇੱਕ ਪ੍ਰੋਜੈਕਟ ਹੈ ਜਿਹਦੇ ਵਿੱਚ ਬਹੁਤ ਸਾਰੇ ਇਹ ਵੈਬਸਾਈਟਾਂ ਪ੍ਰੋਵਾਈਡ ਕਰਦੇ ਨੇ ਜਿਹਦੇ ਵਿੱਚ ਕੋਲੈਬੋਰੇਟ ਕਰ ਸਕਦੇ ਨੇ। ਯੂਜ਼ਰ ਨੂੰ ਇਹ ਮੌਕਾ ਦਿੰਦੇ ਨੇ ਵੀ ਤੁਸੀਂ ਇਨਫੋਰਮੇਸ਼ਨ ਨੂੰ ਐਡਿਟ ਕਰ ਸਕਦੇ ਹੋ, ਤੁਸੀਂ ਕੰਟਰੀਬਿਊਟ ਕਰ ਸਕਦੇ ਹੋ। ਤਾਂ ਵਿਕੀਪੀਡੀਆ ਉਹਨਾਂ ਦੀ ਇੱਕ ਐਗਜ਼ਾਮਪਲ ਹੈ, ਵਿਕੀ ਦੇ ਪ੍ਰੋਜੈਕਟ ਦੇ ਅੰਡਰ ਹੀ ਆਉਂਦਾ। ਸਮਝ ਲੈਣੇ ਆਪਾਂ ਵਿਕੀ ਕੀ ਹੈ। Wiki is type of website or online platform that allows multiple user to collaborate, create, edit and share the content। ਮੰਨ ਲਓ ਸਾਡੇ ਕੋਲੇ ਕੋਈ ਇਨਫੋਰਮੇਸ਼ਨ ਹੈ, ਅਸੀਂ ਵਿਕੀਪੀਡੀਆ ਤੇ ਆਪਦਾ ਕਹਿ ਲਓ ਵੀ ਯੂਜ਼ਰ ਨੇਮ ਅਕਾਊਂਟ ਬਣਾਵਾਂਗੇ। ਉਸ ਅਕਾਊਂਟ ਦੇ ਵਿੱਚ ਜਾ ਕੇ ਆਪਾਂ ਆਪਣੀ ਇਨਫੋਰਮੇਸ਼ਨ ਐਡ ਕਰ ਸਕਦੇ ਹਾਂ। ਥੋੜੇ ਦਿਨਾਂ ਬਾਅਦ ਉਹ ਕੀ ਕਰਦੇ ਨੇ, ਉਹ ਕੰਟੈਂਟ ਨੂੰ ਚੈੱਕ ਕਰਦੇ ਨੇ, ਫਿਰ ਸਾਡਾ ਕੰਟੈਂਟ ਕੀ ਹੋ ਜਾਂਦਾ ਹੈ, ਆਨਲਾਈਨ ਹੋ ਜਾਂਦਾ ਹੈ। ਜਿਹੜੇ ਉਹ ਪਰਫਾਰਮਾ ਦਿੰਦੇ ਨੇ ਵੀ ਉਹਦੇ ਰੈਫਰੈਂਸ ਹੋਣੇ ਚਾਹੀਦੇ ਨੇ ਪ੍ਰੋਪਰ, ਉਹ ਸਾਨੂੰ ਸਾਰੇ ਗਾਈਡਲਾਈਨ ਦੇ ਨਾਲ ਕੀ ਕਰਨਾ ਪੈਂਦਾ, ਐਗਰੀ ਕਰਨਾ ਪੈਂਦਾ ਹਨਾ। ਤਾਂ ਅੱਗੇ ਹੈਗਾ ਕਹਿੰਦਾ ਟਰਮ ਵਿਕੀ ਇਜ਼ ਡਰਾਈਵਡ ਫਰੋਮ ਹਵਾਈਨ ਵਰਡ ਕੁਇਕ। ਹੈਵੀਨ ਵਰਡ ਇਹ ਇੱਕ ਮੈਨੂੰ ਲੱਗਦਾ ਲੈਂਗੁਏਜ ਹੈ ਸ਼ਾਇਦ, ਹਾਂ ਲੈਂਗੁਏਜ ਹੈ ਸ਼ਾਇਦ, ਤੁਸੀਂ ਪ੍ਰੋਪਰ ਚੈੱਕ ਕਰ ਲਿਓ। ਹਵਾਈਨ ਵਰਡ ਫॉर ਇਹਦਾ ਮੀਨਿੰਗ ਹੈਗਾ ਕੁਇਕ, ਰਿਫਲੈਕਟਿੰਗ ਦੀ ਈਜ਼ ਐਂਡ ਵਿਦ ਕੰਟੈਂਟ ਕੈਨ ਬੀ ਐਡਡ ਐਂਡ ਅਪਡੇਟਡ। ਤਾਂ ਇਹ ਈਜ਼ ਹੈ ਵੀ ਕੰਟੈਂਟ ਹੈ ਜਿਹੜਾ ਕੁਇਕਲੀ ਜਿਹੜਾ ਉਹਦੇ ਵਿੱਚ ਐਡ ਕੀਤਾ ਜਾ ਸਕਦਾ ਤੇ ਅਪਡੇਟ ਕੀਤਾ ਜਾ ਸਕਦਾ। ਕਲੀਅਰ ਹੋਈ ਗੱਲ। ਅਗਲਾ ਵਿਕੀਪੀਡੀਆ, ਇਹਦਾ ਇੱਕ ਐਗਜ਼ਾਮਪਲ ਹੈ। ਵਿਕੀਪੀਡੀਆ ਕਦੋਂ ਸਟਾਰਟ ਹੋਇਆ ਸਵਾਲ ਪੁੱਛਿਆ ਜਾ ਸਕਦਾ, 2001 ਦੇ ਵਿੱਚ। ਕਿਹੜੇ ਬੰਦਿਆਂ ਨੇ ਸਟਾਰਟ ਕੀਤਾ, ਫਾਊਂਡਰ ਦਾ ਜਿਮੀ ਵੇਲਸ ਤੇ ਲੈਰੀ ਸੈਂਗਰ ਹਨਾ, ਇਹ ਵੀ ਗੱਲ ਯਾਦ ਰੱਖਿਓ। Wiki typically used a simple web-based interface that allow user to create, edit the page using formatting tool such as heading, bullet point and hyperlink। ਦੇਖੋ ਇਹ ਵੀ 3 ਪੁਆਇੰਟ ਜ਼ਿਆਦਾ ਇੰਪੋਰਟੈਂਟ ਨੇ, ਇਹ ਪੁੱਛੇ ਨੇ ਵੀ ਵਿਕੀਪੀਡੀਆ ਤੁਹਾਨੂੰ ਕੀ ਅਲਾਉ ਕਰਦਾ, ਜਿਹਦੇ ਵਿੱਚ ਤੁਸੀਂ ਹੈਡਿੰਗ ਦੇ ਸਕਦੇ ਹੋ, ਬੁਲੇਟਸ ਪੁਆਇੰਟਸ ਦੇ ਸਕਦੇ ਹੋ ਤੇ ਹਾਈਪਰਲਿੰਕ। ਹਾਈਪਰਲਿੰਕ ਉਹ ਵਾਲਾ ਲਿੰਕ ਜਿਹੜਾ ਬਲੂ ਜਿਹਾ ਕਲਰ ਹੁੰਦਾ ਜਿਹਦੇ ਜਾ ਕੇ ਹੱਥ ਜਿਹਾ ਬਣ ਜਾਂਦਾ, ਜਦੋਂ ਉਹਦੇ ਤੇ ਕਲਿੱਕ ਕਰਦੇ ਆਪਾਂ ਉਹ ਨਵੀਂ ਪੇਜ ਤੇ ਸਵਿਚ ਕਰ ਜਾਂਦਾ। ਠੀਕ ਹੈ। ਸੋ ਦੀ ਕੰਟੈਂਟ ਆਫ ਵਿਕੀਪੀਡੀਆ ਇਜ਼ ਆਰਗੇਨਾਈਜ਼ਡ ਇਨ ਹਾਇਰਾਰਕੀਕਲ ਸਟਰਕਚਰ। ਇਹ ਵੀ ਇੰਪੋਰਟੈਂਟ ਪੁਆਇੰਟ ਹੈ ਵੀ ਕੰਟੈਂਟ ਹੈਗਾ ਜਿਹੜਾ ਵਿਕੀਪੀਡੀਆ ਦਾ ਉਹ ਕਿਵੇਂ ਆਰਗੇਨਾਈਜ਼ ਹੁੰਦਾ, ਹਾਇਰਾਰਕੀ ਦੇ ਵਿੱਚ। ਜਿਵੇਂ ਆਪ ਉੱਪਰ ਇਹਦੇ ਨੀਚੇ ਇਹਦੇ ਨਾਲ ਲਿੰਕਡ ਹੁੰਦਾ ਵਿਦ ਪੇਜ ਲਿੰਕਡ ਟੂਗੇਦਰ ਥਰੂ ਹਾਈਪਰਲਿੰਕ। ਇਹ ਆਪਾਂ ਦੱਸ ਹੀ ਚੁੱਕੇ ਹਾਂ ਵੀ ਪੇਜ ਨੇ ਜਿਹੜੇ ਇੱਕ ਦੂਜੇ ਦੇ ਨਾਲ ਹਾਈਪਰਲਿੰਕ ਦੇ ਨਾਲ ਹਾਇਰਾਰਕੀ ਦੇ ਵਿੱਚ ਲਿੰਕ ਹੁੰਦੇ ਨੇ। This allow user to easily navigate between related page and topics। ਇੱਕ ਤੋਂ ਲੈ ਕੇ ਦੂਜੇ ਪੇਜ ਦੇ ਵਿੱਚ ਆਪਾਂ ਕੀ ਕਰ ਸਕਦੇ ਹਾਂ, ਨੈਵੀਗੇਟ ਕਰ ਸਕਦੇ ਹਾਂ ਈਜ਼ੀਲੀ। ਠੀਕ ਹੈ। ਸੋ ਇਹ ਵਿਕੀਪੀਡੀਆ ਹੈ, ਇੱਥੇ ਤੁਸੀਂ ਅਕਾਊਂਟ ਕ੍ਰੀਏਟ ਕਰ ਸਕਦੇ ਹੋ ਲੌਗਇਨ ਕਰਕੇ। ਇੰਨੀਆਂ ਭਾਸ਼ਾਵਾਂ ਦੇ ਵਿੱਚ ਇਹਦੇ ਤੇ ਵੀ ਸਵਾਲ ਬਣ ਸਕਦਾ ਵੀ ਕਿੰਨੀਆਂ ਲੈਂਗੁਏਜ ਦੇ ਵਿੱਚ ਅਵੇਲੇਬਲ ਹੈ। ਸਾਰੇ ਹਿਸਟਰੀ ਵਗੈਰਾ ਚੈੱਕ ਕਰ ਸਕਦੇ ਹੋ, ਸੋਰਸ ਕੀ ਹੈ, ਟੂਲ ਵਗੈਰਾ ਦਿੱਤੇ ਹੋਏ ਨੇ, ਸਾਰਾ ਤੁਸੀਂ ਇਹਦੇ ਵਿੱਚ ਐਡੀਟਿੰਗ ਕਰ ਸਕਦੇ ਹੋ, ਤੁਸੀਂ ਕੰਟਰੀਬਿਊਟ ਕਰ ਸਕਦੇ ਹੋ ਮਤਲਬ ਹਨਾ। ਸੋ ਇਹ ਜਿਹੜਾ ਹੈ ਮੈਂ ਦੱਸ ਹੀ ਦਿੱਤਾ, ਇਹਦੇ ਬਾਰੇ ਹੋਰ ਥਿਊਰੀ ਹੈ, ਅਗਰ ਤੁਸੀਂ ਪੜ੍ਹਨਾ ਚਾਹੁੰਦੇ ਹੋ ਤਾਂ ਤੁਸੀਂ ਪੜ੍ਹ ਸਕਦੇ ਹੋ। ਠੀਕ ਹੈ। ਫ੍ਰੀ ਹੈ, ਇਹ ਫ੍ਰੀ ਆਨਲਾਈਨ ਇਨਸਾਈਕਲੋਪੀਡੀਆ ਜਿਹੜਾ ਵਿਕੀਪੀਡੀਆ ਹੈ ਨਾ। ਸੋ ਵਧੀਆ ਚੀਜ਼ ਹੈ ਇਹ, ਕੰਟਰੀਬਿਊਟ ਅਗਰ ਤੁਹਾਡੇ ਕੋਲੇ ਹੈ ਇਨਫੋਰਮੇਸ਼ਨ ਤਾਂ ਤੁਸੀਂ ਕਰ ਸਕਦੇ ਹੋ। ਤਾਂ ਹੁਣ ਆਪਾਂ ਪੜ੍ਹਦੇ ਹਾਂ ਵੀ ਵਿਕੀਪੀਡੀਆ ਇਜ਼ ਅ ਵੈਬਸਾਈਟ ਦੈਟ ਇਜ਼ ਡਿਜ਼ਾਈਨਡ ਟੂ ਅਲਾਉ ਪੀਪਲ ਟੂ ਕੋਲੈਬੋਰੇਟ ਈਜ਼ੀਲੀ। ਤਾਂ ਇਹ ਦੋਨੇ ਗੱਲਾਂ ਹੀ ਠੀਕ ਹੋ ਗਈਆਂ, ਪੀ ਐਂਡ ਕਿਊ ਬੋਥ ਆਰ ਟਰੂ। ਠੀਕ ਹੈ। ਅਗਲਾ ਸਵਾਲ ਹੈ ਇੰਟਰਨੈਟ ਇਜ਼ ਕਰੈਕਟਰਾਈਜ਼ਡ ਬਾਈ ਕਲਾਇੰਟ ਸਰਵਰ ਕੰਪਿਊਟਿੰਗ। ਕਹਿੰਦਾ ਇਹ ਇੰਟਰਨੈਟ ਹੈਗਾ ਜਿਹੜਾ ਇਹ ਕਲਾਇੰਟ ਸਰਵਰ ਮਾਡਲ ਫੋਲੋ ਕਰਦਾ ਕੰਪਿਊਟਿੰਗ ਦੈਟ ਕੰਸਿਸਟਸ ਆਫ 3 ਬੇਸਿਕ ਕੰਪੋਨੈਂਟ। ਜਿਹੜੇ ਕਹਿੰਦਾ 3 ਕੰਪੋਨੈਂਟ ਨੇ ਇੰਟਰਨੈਟ ਦੇ। ਕਹਿੰਦਾ ਵਿਚ ਆਫ ਦੀ ਫੋਲੋਇੰਗ ਆਰ ਦੋਜ਼ ਕੰਪੋਨੈਂਟ। ਕਹਿੰਦਾ ਹੇਠ ਲਿਖਿਆਂ ਚੋਂ ਕੀ ਕਹਿੰਦਾ ਉਹ ਤਿੰਨੇ ਹੀ ਨੇ ਜਾਂ ਕੋਈ 2 ਨੇ ਜਾਂ ਇੱਕ ਹੈਗਾ। ਠੀਕ ਹੈ। ਨਨ ਆਫ ਦੀਸ ਤਾਂ ਹੈ ਨਹੀਂਗਾ। ਕੀ ਕਹਿੰਦਾ ਇਹ ਤਿੰਨੋਂ ਹੀ ਕੰਪੋਨੈਂਟ ਨੇ ਕਲਾਇੰਟ ਸਰਵਰ ਮਾਡਲ ਦੇ ਇੰਟਰਨੈਟ ਦੇ। ਸੋ ਆਪਾਂ ਦੇਖਦੇ ਹਾਂ ਵੀ ਇੰਟਰਨੈਟ ਬੇਸਿਕਲੀ ਜਿਹੜਾ ਹੈਗਾ ਕਲਾਇੰਟ ਸਰਵਰ ਮਾਡਲ ਨੂੰ ਫੋਲੋ ਕਰਦਾ। ਕਲਾਇੰਟ ਸਰਵਰ ਦੇ ਵਿੱਚ ਇਹ ਵਾਲਾ ਸਰਵਰ ਹੁੰਦਾ ਜਿਹੜਾ ਸਰਵਿਸਿਜ਼ ਪ੍ਰੋਵਾਈਡ ਕਰਦਾ, ਜਿਵੇਂ ਗੂਗਲ ਦਾ ਸਰਵਰ ਹੋ ਗਿਆ, ਯਾਹੂ ਦਾ ਸਰਵਰ ਹੋ ਗਿਆ, ਫੇਸਬੁੱਕ ਦਾ ਸਰਵਰ ਹੋ ਗਿਆ, ਜੀਮੇਲ ਦਾ ਸਰਵਰ ਹੋ ਗਿਆ। ਸਰਵਰ ਦਾ ਕੰਮ ਕੀ ਹੁੰਦਾ ਹੈ, ਸਰਵਿਸਿਜ਼ ਪ੍ਰੋਵਾਈਡ ਕਰਨਾ। ਤੇ ਇਹ ਨੈਟਵਰਕ ਹੋ ਗਿਆ ਇੰਟਰਨੈਟ, ਇੰਟਰਨੈਟ ਦੇ ਥਰੂ ਜਾ ਕੇ ਇਹ ਕਲਾਇੰਟ ਲੱਗੇ ਹੁੰਦੇ ਨੇ। ਤਾਂ 3 ਚੀਜ਼ਾਂ ਦੇਖਦੇ ਹਾਂ ਆਪਾਂ ਕਿਹੜੀਆਂ ਕਿਹੜੀਆਂ ਨੇ। ਪਹਿਲਾਂ ਸਮਝਦੇ ਹਾਂ ਵੀ ਇੰਟਰਨੈਟ ਕੀ ਹੁੰਦਾ, ਗਲੋਬਲ ਨੈਟਵਰਕ ਆਫ ਇੰਟਰਕਨੈਕਟਡ ਕੰਪਿਊਟਰਸ। ਇੰਟਰਨੈਟ ਨੂੰ ਆਪਾਂ ਬੋਲ ਸਕਦੇ ਹਾਂ ਵੀ ਨੈਟਵਰਕ ਆਫ ਨੈਟਵਰਕਸ। ਇੰਟਰਕਨੈਕਟਡ ਕੰਪਿਊਟਰਸ ਆਪਸ ਦੇ ਵਿੱਚ ਕਮਿਊਨੀਕੇਟ ਕਰ ਰਹੇ ਨੇ ਕਿਸੇ ਸਟੈਂਡਰਡਾਈਜ਼ ਪ੍ਰੋਟੋਕਾਲ ਦੇ ਵਾਲਾ। ਉਹ ਪ੍ਰੋਟੋਕਾਲ ਕਿਹੜੀ ਹੈ, TCP/IP ਪ੍ਰੋਟੋਕਾਲ ਹੈ। ਤੇ ਵੈਬ ਪੇਜ ਨੂੰ ਟ੍ਰਾਂਸਫਰ ਕਰਨ ਦੇ ਲਈ ਕਿਹੜੀ ਪ੍ਰੋਟੋਕਾਲ ਵਰਤੀ ਜਾਂਦੀ ਹੈ, HTTP ਜਾਂ HTTPS।
ਇਹਦਾ ਪੋਰਟ ਨੰਬਰ ਹੁੰਦਾ 80, ਇਹਦਾ ਪੋਰਟ ਨੰਬਰ ਹੁੰਦਾ 443। ਇਹ ਵੀ ਕਈ ਵਾਰੀ ਪੁੱਛ ਲੈਂਦਾ ਹੈ ਵੀ HTTP ਦਾ ਪੋਰਟ ਨੰਬਰ ਕੀ, ਇਹਦੀ ਐਬਰੀਵੇਸ਼ਨ ਪੁੱਛ ਸਕਦਾ ਹੈ। ਹਾਈਪਰ ਟੈਕਸਟ ਟ੍ਰਾਂਸਫਰ ਪ੍ਰੋਟੋਕਾਲ, ਹਾਈਪਰ ਟੈਕਸਟ ਟ੍ਰਾਂਸਫਰ ਪ੍ਰੋਟੋਕਾਲ, ਸਿਕਿਉਰ ਟ੍ਰਾਂਸਮਿਸ਼ਨ ਕੰਟਰੋਲ ਪ੍ਰੋਟੋਕਾਲ ਤੇ ਇੰਟਰਨੈਟ ਪ੍ਰੋਟੋਕਾਲ। ਇਹ ਹੁੰਦੀ ਹੈ ਪ੍ਰੋਟੋਕਾਲ, ਕਮਿਊਨੀਕੇਸ਼ਨ ਪ੍ਰੋਟੋਕਾਲ ਹੈ। ਇਹ ਵੈਬ ਪੇਜ ਨੂੰ ਟ੍ਰਾਂਸਫਰ ਕਰਦੀਆਂ ਨੇ ਸਰਵਰ ਤੋਂ ਲੈ ਕੇ ਕਲਾਇੰਟ ਦੇ ਤੱਕ। ਕਲੀਅਰ ਹੋਈ ਗੱਲ। ਸੋ ਅਗਲਾ ਕਹਿੰਦਾ ਹੈ ਇੰਟਰਨੈਟ ਹੈਗਾ ਜਿਹੜਾ ਕਲਾਇੰਟ ਸਰਵਰ ਕੰਪਿਊਟਿੰਗ ਮਾਡਲ ਹੈ, ਜਿਹਦੇ ਵਿੱਚ ਆਪਾਂ ਸਪੈਸੀਫਿਕ ਟਾਸਕ ਪਰਫਾਰਮ ਕਰ ਸਕਦੇ ਹਾਂ ਯੂਜ਼ਿੰਗ 3 ਬੇਸਿਕ ਕੰਪੋਨੈਂਟ। ਪਹਿਲਾ ਕੰਪੋਨੈਂਟ ਕਿਹੜਾ, ਵੈਬ ਕਲਾਇੰਟ ਜਾਂ ਵੈਬ ਬਰਾਊਜ਼ਰ ਵੀ ਹੋ ਸਕਦਾ। ਬਰਾਊਜ਼ਰ ਹੋਣਾ ਜ਼ਰੂਰੀ ਹੈ, ਕਿਸੇ ਇੰਟਰਨੈਟ ਨੂੰ ਐਕਸੈਸ ਕਰਨ ਦੇ ਲਈ ਬਰਾਊਜ਼ਰ ਹੋਣਾ ਜ਼ਰੂਰੀ ਹੈ। ਉਹਨੂੰ ਵੈਬ ਕਲਾਇੰਟ ਵੀ ਬੋਲਿਆ ਜਾਂਦਾ। ਇਜ਼ ਏ ਪ੍ਰੋਗਰਾਮ that runs on user's computer and communicate with web server। ਜਿਹੜਾ ਕਹਿੰਦਾ ਯੂਜ਼ਰ ਦੇ ਕੰਪਿਊਟਰ ਤੇ ਚੱਲਦਾ ਹੈ ਤੇ ਸਰਵਰ ਦੇ ਨਾਲ ਕਮਿਊਨੀਕੇਟ ਕਰਦਾ, ਉਹਨੂੰ ਕੀ ਬੋਲਦੇ ਨੇ ਆਪਾਂ, ਵੈਬ ਕਲਾਇੰਟ ਜਾਂ ਵੈਬ ਬਰਾਊਜ਼ਰ। ਓਵਰ ਦੀ ਇੰਟਰਨੈਟ ਦੀ ਮੋਸਟ ਕਾਮਨ ਟਾਈਪ ਆਫ ਵੈਬ ਕਲਾਇੰਟ ਇਜ਼ ਵੈਬ ਬਰਾਊਜ਼ਰ ਵਿਚ ਇਜ਼ ਯੂਜ਼ਡ ਟੂ ਐਕਸੈਸ ਐਂਡ ਵਿਊ ਦੀ ਵੈਬ ਪੇਜ। ਆਪਾਂ ਬਹੁਤ ਵਾਰੀ ਪੜਿਆ ਵੀ ਬਰਾਊਜ਼ਰ ਦਾ ਕੀ ਕੰਮ ਹੁੰਦਾ ਹੈ, ਇੰਟਰਨੈਟ ਤੇ ਜਿਹੜੇ ਵੈਬ ਪੇਜ ਪਏ ਨੇ ਉਹਨਾਂ ਨੂੰ ਐਕਸੈਸ ਕਰਨਾ ਤੇ ਵਿਊ ਕਰਨਾ ਤੇ ਸ਼ੋਅ ਕਰਨਾ, ਠੀਕ ਹੈ, ਸਾਨੂੰ ਦਿਖਾਉਣਾ। ਦੂਸਰਾ ਕੰਪੋਨੈਂਟ ਹੁੰਦਾ ਸਰਵਰ, ਸਰਵਰ ਤੋਂ ਹੀ ਆਪਾਂ ਨੂੰ ਡੇਟਾ ਮਿਲਦਾ ਹੈ। ਤਾਂ ਵੈਬ ਸਰਵਰ ਇਜ਼ ਅ ਪ੍ਰੋਗਰਾਮ ਦੈਟ ਰਨਸ ਔਨ ਸਰਵਰ ਕੰਪਿਊਟਰ ਐਂਡ ਸਟੋਰਸ ਐਂਡ ਸਰਵਸ ਦੀ ਵੈਬ ਪੇजेस ਟੂ ਕਲਾਇੰਟ ਓਵਰ ਦੀ ਇੰਟਰਨੈਟ। ਸਟੋਰ ਕਰਦਾ ਹੈ ਤੇ ਸਰਵ ਕਰਦਾ ਹੈ, ਵੰਡਣਾ ਜਾਂ ਸਰਵਿਸਿਜ਼ ਪ੍ਰੋਵਾਈਡ ਕਰਨਾ ਵੈਬ ਕਲਾਇੰਟ ਨੂੰ ਇੰਟਰਨੈਟ ਦੇ ਉੱਪਰ। ਇਟ ਇਜ਼ ਰਿਸਪੌਂਡ ਟੂ ਰਿਕੁਐਸਟ ਫਰੋਮ ਕਲਾਇੰਟ। ਇਹ ਕਲਾਇੰਟ ਦੀ ਜਿਹੜੀ ਰਿਕੁਐਸਟ ਆ ਉਹਨੂੰ ਰਿਸਪੌਂਡ ਕਰਦਾ ਐਂਡ ਸੈਂਡ ਦੀ ਰਿਕੁਐਸਟ ਡੇਟਾ ਬੈਕ ਟੂ ਦੀ ਕਲਾਇੰਟ, ਠੀਕ ਹੈ, ਤੇ ਉਹਨੂੰ ਰਿਕੁਐਸਟ ਵੀ ਭੇਜ ਦਿੰਦਾ ਵੀ ਮੈਨੂੰ ਡੇਟਾ ਵਗੈਰਾ ਚਾਹੀਦਾ। ਤੀਸਰਾ ਕੰਪੋਨੈਂਟ ਹੈਗਾ ਨੈਟਵਰਕ। ਨੈਟਵਰਕ ਤੋਂ ਬਿਨਾਂ ਤਾਂ ਆਪਾਂ ਸਰਵਰ ਦੇ ਨਾਲ ਜੁੜ ਹੀ ਨਹੀਂ ਸਕਦੇ। ਜਿਵੇਂ ਆਪਾਂ ਮੋਬਾਈਲ ਫੋਨ ਤੇ ਇੱਕ ਦੂਜੇ ਬੰਦੇ ਨਾਲ ਗੱਲ ਕਰਦੇ ਹਾਂ ਤਾਂ ਜੇ ਨੈਟਵਰਕ ਹੀ ਨਹੀਂ ਹੋਊਗਾ ਤਾਂ ਆਪਾਂ ਕਮਿਊਨੀਕੇਟ ਨਹੀਂ ਕਰ ਸਕਦੇ, ਠੀਕ ਹੈ। ਸੋ ਇਹਦਾ ਫਿਰ ਆਨਸਰ ਹੋ ਗਿਆ ਡੀ। ਇਹ ਤਿੰਨੋਂ ਹੀ ਇਹਦੇ ਕੰਪੋਨੈਂਟ ਨੇ। ਕਲੀਅਰ ਹੈ। ਸੋ ਆਪਾਂ ਸਾਰੇ ਕੁਐਸਚਨ ਨੇ ਜਿਹੜੇ ਸਬ ਇੰਸਪੈਕਟਰ ਦੇ ਮੇਨ ਆਪਾਂ ਸਬ ਇੰਸਪੈਕਟਰ ਨੂੰ ਧਿਆਨ 'ਚ ਲੈ ਕੇ ਕੰਮ ਕਰਾਂਗੇ। ਸੋ ਪੇਪਰ ਥੋੜਾ ਜਿਹਾ ਲੈਵਲ ਸੀ, ਔਖਾ ਨਹੀਂ ਸੀ। ਬਹੁਤ ਸਾਰੇ ਬੰਦੇ ਤੁਹਾਨੂੰ ਮਿਲਣਗੇ ਵੀ ਹਾਂ ਜੀ ਪੇਪਰ ਔਖਾ ਸੀ, ਕੰਪਿਊਟਰ ਔਖਾ ਸੀ। ਸੋ ਉਹ ਬੰਦਿਆਂ ਦੀ ਸੁਣਨੀ ਨਹੀਂ ਆਪਾਂ, ਨੈਗੇਟਿਵ ਕਰਨ ਵਾਲੇ ਬੰਦੇ ਬਹੁਤ ਜ਼ਿਆਦਾ ਹੁੰਦੇ ਨੇ। ਮੈਂ ਬੈਠਾ, ਤੁਹਾਡਾ ਭਰਾ ਬੈਠਾ, ਤੁਹਾਨੂੰ ਮੈਂ ਕੱਲੀ ਗੱਲ ਕਰਾਊਂਗਾ। ਪਿਛਲੇ ਪੇਪਰ ਦੇ ਵਿੱਚ ਵੀ ਕਰਾਈ ਸੀ, ਹਨਾ, ਤੇ ਆਪਾਂ ਕੱਲੀ ਗੱਲ ਕਰਾਂਗੇ। ਤੁਹਾਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ, ਕੋਈ ਕੋਰਸ ਲੈਣ ਦੀ ਲੋੜ ਨਹੀਂ, ਪੇਡ ਕੋਰਸ ਕੋਈ ਲੈਣ ਦੀ ਲੋੜ ਨਹੀਂ। ਹਾਂ, ਸਾਡੇ ਕੋਲੇ ਵੀ ਕੋਰਸ ਹੈਗਾ ਪੇਡ ਆ, ਬਟ ਅਸੀਂ ਪੇਡ ਕੰਟੈਂਟ ਦਾ ਨਹੀਂ, ਅਸੀਂ ਪ੍ਰੀਵੀਅਸ ਈਅਰ ਕੁਐਸਚਨ ਜਿਹੜਾ ਹੈ ਉਹ ਤੁਹਾਨੂੰ ਅਸੀਂ ਪੇਡ ਦੇਵਾਂਗੇ, ਉਹ ਤੁਸੀਂ ਲੈ ਸਕਦੇ ਹੋ। ਪੁਰਾਣੇ ਕੁਐਸਚਨਾਂ ਦੇ ਨਾਲ ਆਪਾਂ ਨੈਗੇਟਿਵ ਮਾਰਕਿੰਗ ਵਗੈਰਾ, ਟਾਈਮ ਮੈਨੇਜਮੈਂਟ ਤੁਸੀਂ ਚਾਹੁੰਦੇ ਹੋ ਤਾਂ ਤੁਸੀਂ ਸਾਡਾ ਨੰਬਰ ਹੈਗਾ 94,635 90,346, ਜਿਹਦੇ ਵਿੱਚ ਸਾਰੇ ਸਬ ਇੰਸਪੈਕਟਰ ਦੇ 90,346, ਹਾਂ, ਸਾਰੇ ਸਬ ਇੰਸਪੈਕਟਰ ਦੇ ਕੁਐਸਚਨ ਤੁਹਾਨੂੰ ਸਬਜੈਕਟ ਵਾਈਜ਼, ਟੌਪਿਕ ਵਾਈਜ਼ ਤੇ ਈਅਰ ਵਾਈਜ਼ ਮਿਲ ਜਾਣਗੇ ਇਕੱਠੇ, ਹਨਾ। ਸੋ ਤੁਸੀਂ ਲੈ ਸਕਦੇ ਹੋ ਤੇ ਚੈਨਲ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ। ਪੜ੍ਹਾਊਂਗਾ ਤੁਹਾਨੂੰ ਮੈਂ, ਇਹ ਤੁਹਾਡਾ ਕੰਮ ਹੈ ਵੀ ਸਾਰੇ ਬੱਚਿਆਂ ਤੱਕ ਰੀਚ ਬਣਾਉਣੀ। ਚੈਨਲ ਆਪਾਂ ਥੋੜਾ ਗਰੋ ਕਰਨਾ, ਜਿਵੇਂ ਤੁਹਾਨੂੰ ਪੁਰਾਣਿਆਂ ਨੂੰ ਤਾਂ ਸਾਰਿਆਂ ਨੂੰ ਪਤਾ ਹੀ ਹੈ, ਜੇ ਨਵੇਂ ਜੁੜੇ ਹੋ ਤਾਂ ਟਾਰਗੇਟ ਹੈਗਾ ਵੀ ਆਪਣਾ 5000 ਤੱਕ ਦਾ ਟਾਰਗੇਟ ਆ। ਦੇਖੋ ਹੁਣ ਪਹੁੰਚਦੇ ਆ ਕਿ ਨਹੀਂ, ਇਹ ਤੁਹਾਡੇ ਤੇ ਹੈ ਵੀ ਤੁਹਾਡੀ ਹੈਲਪ ਦੀ ਵੀ ਲੋੜ ਹੈ ਮੈਨੂੰ ਥੋੜੀ ਜੀ, ਹਨਾ। ਸੋ ਇਹਦਾ ਡੀ ਆਨਸਰ ਹੈ। ਅਗਲਾ ਸਵਾਲ, which of the following are those obstacles that you need to overcome so that you can start generating your share of the internet revenue from website। ਕਹਿੰਦਾ ਹੇਠ ਲਿਖਿਆਂ ਦੇ ਵਿੱਚੋਂ ਕਿਹੜੀਆਂ ਮੇਨ obstacles ਨੇ, ਰੁਕਾਵਟਾਂ ਨੇ that you need to overcome, ਜਿਹੜੀਆਂ ਤੁਹਾਨੂੰ ਖਤਮ ਕਰਨੀਆਂ ਪੈਂਦੀਆਂ ਨੇ ਇੰਟਰਨੈਟ ਤੇ ਆਪਦਾ ਸ਼ੇਅਰ ਜਾਂ ਰੈਵਨਿਊ ਜਨਰੇਟ ਕਰਨ ਦੇ ਲਈ, ਹਨਾ। ਕਹਿੰਦਾ ਡਿਜ਼ਾਈਨਿੰਗ ਇਹ ਵੈਬਸਾਈਟ, ਇਹ ਤਾਂ ਬਿਲਕੁਲ ਠੀਕ ਹੈ ਵੀ ਤੁਹਾਨੂੰ ਵੈਬਸਾਈਟ ਤਾਂ ਡਿਜ਼ਾਈਨ ਕਰਨੀ ਪੈਣੀ ਹੈ, ਵੀ ਗੱਲ ਠੀਕ ਹੈ। ਵੈਬਸਾਈਟ ਤੋਂ ਬਿਨਾਂ ਆਪਾਂ ਸ਼ੇਅਰ ਕਿਵੇਂ ਜਨਰੇਟ ਕਰਾਂਗੇ। ਦੂਜਾ, ਗੈਟਿੰਗ ਵਿਜ਼ਟਰ ਟੂ ਦੀ ਵੈਬਸਾਈਟ, ਦੂਜੀ ਗੱਲ ਹੈ ਵੀ ਵਿਜ਼ਟਰ ਤੁਹਾਡੇ ਵੈਬਸਾਈਟ ਤੇ ਰੀਚ ਕਰਨ, ਹਨਾ, ਇਹ ਵੀ ਆਪਾਂ ਨੂੰ ਕਰਨਾ ਪਊਗਾ। ਤੀਜਾ, ਕਨਵਰਟਿੰਗ ਵਿਜ਼ਟਰ ਟੂ ਕਸਟਮਰ, ਫਿਰ ਹੁੰਦਾ ਵੀ ਜਿਹੜਾ ਵਿਜ਼ਟਰ ਵਿਜ਼ਿਟ ਕਰ ਗਿਆ ਇੱਕ ਵਾਰੀ, ਉਹਨੂੰ ਆਪਾਂ ਕਸਟਮਰ ਦੇ ਵਿੱਚ ਕਨਵਰਟ ਕਿਵੇਂ ਕਰਾਂਗੇ ਜੇ ਸਾਡਾ ਪ੍ਰੋਡਕਟ ਵਧੀਆ ਹੋਊਗਾ। ਹੁਣ ਟੈਸਟ ਸੀਰੀਜ਼ ਆਪਣੇ ਕੋਲੇ, ਸਭ ਤੋਂ ਪਹਿਲਾਂ ਆਪਾਂ ਵੈਬਸਾਈਟ ਬਣਾਈ, ਫਿਰ ਆਪਾਂ ਉਹਦੇ ਤੇ ਵਿਜ਼ਟਰ ਲੈ ਕੇ ਆਂਦੇ, ਤੁਸੀਂ ਆ ਰਹੇ ਹੋ ਸਾਰੇ, ਹਨਾ, ਜਿੰਨੇ ਵੀ, ਤੇ ਵਿਜ਼ਟਰ ਨੂੰ ਆਪਾਂ ਕਸਟਮਰ ਦੇ ਵਿੱਚ ਕਨਵਰਟ ਕਰਾਂਗੇ। ਜੇ ਆਪਣੀ ਸਰਵਿਸ ਵਧੀਆ ਹੋਊਗੀ ਤਾਂ ਓਬਵੀਅਸ ਹੈ ਕਸਟਮਰ ਜ਼ਿਆਦਾ ਵਧੀਆ ਹੋਣਗੇ, ਹਨਾ। ਜੇ ਸਰਵਿਸ ਵਧੀਆ ਨਹੀਂ ਹੋਊਗੀ, ਥੋੜਾ ਬਹੁਤ ਸਮਾਂ ਤਾਂ ਚੱਲ ਸਕਦੀਆਂ ਚੀਜ਼ਾਂ, ਪਰ ਉਹ ਲੰਬਾ ਸਮਾਂ ਨਹੀਂ ਚੱਲਦੀਆਂ। ਸੋ ਆਪਾਂ ਹੈਗਾ ਵੀ ਲੰਬੀ ਰੇਸ ਦੇ ਘੋੜਿਆਂ ਲੰਬਾ ਚੱਲਣਾ ਹੈ। ਹੋ ਸਕਦਾ ਸਟਾਰਟਿੰਗ ਦੇ ਵਿੱਚ ਆਪਣੇ ਨਾਲ ਥੋੜੇ ਬੰਦੇ ਜੋੜਨਗੇ, ਕਿਉਂਕਿ ਚੀਜ਼ਾਂ ਇਹ ਹੁੰਦੀਆਂ ਵੀ ਤੁਹਾਨੂੰ ਐਡਵਰਟੀਜ਼ਮੈਂਟ ਤੇ ਵੀ ਬਹੁਤ ਜ਼ਿਆਦਾ ਪੈਸਾ ਚਾਹੀਦਾ। ਸੋ ਆਪਾਂ ਨੂੰ ਇਹ ਆ ਵੀ ਕੋਈ ਗੱਲ ਨਹੀਂ, ਆਪਾਂ ਹੌਲੀ ਹੌਲੀ ਚੀਜ਼ਾਂ ਰੀਚ ਆਪਣੀ ਹੋਈ ਜਾਣੀ ਹੈ, ਹਨਾ। ਸੋ ਤਿੰਨੋਂ ਚੀਜ਼ਾਂ ਠੀਕ ਹੈ, ਮੈਂ ਕੱਲੀ ਦੱਸ ਦੇਣਾ। ਡਿਜ਼ਾਈਨਿੰਗ ਏ ਵੈਬਸਾਈਟ, ਦੀ ਵੈਲ ਡਿਜ਼ਾਈਨਡ ਵੈਬਸਾਈਟ ਇਜ਼ ਕ੍ਰਿਟੀਕਲ
ਟੂ ਅਟਰੈਕਟਿੰਗ ਐਂਡ ਰਿਟੇਨਿੰਗ ਵਿਜ਼ਟਰ। ਕਹਿੰਦਾ ਵਧੀਆ ਵੈਬਸਾਈਟ ਬਣੀ ਹੋਵੇ ਤਾਂ ਹੀ ਆਪਾਂ ਅਟਰੈਕਟ ਕਰ ਸਕਦੇ ਹਾਂ ਵਿਜ਼ਟਰ ਨੂੰ। ਇਹ ਵੈਬਸਾਈਟ ਸ਼ੁੱਡ ਬੀ ਵਿਜ਼ੂਅਲੀ ਅਪੀਲਿੰਗ, ਈਜ਼ੀ ਟੂ ਨੈਵੀਗੇਟ, mobile friendly. It should also have clear message and call to action that motivates visitor to take action, such as making purchase or filling out contact form. ਤਾਂ ਉਹ ਵਧੀਆ ਹੋਣੀ ਚਾਹੀਦੀ ਹੈ ਥੋੜੀ ਜੀ, ਹਨਾ, ਜਿਵੇਂ ਤੁਹਾਨੂੰ ਪੜ੍ਹ ਕੇ ਪਤਾ ਹੀ ਲੱਗਿਆ। Getting visitor to website. Once website is designed, the next challenge to attract visitor. This can be done through the various strategies such as SEO. ਇਹਦੀ abbreviation ਮੈਂ ਬਹੁਤ ਵਾਰੀ ਦੱਸੀ ਹੈ, ਪੁੱਛੀ ਜਾ ਸਕਦੀ ਹੈ। ਸਰਚ ਇੰਜਨ ਆਪਟੀਮਾਈਜੇਸ਼ਨ। ਕਿ ਤੁਹਾਡੀ ਵੈਬਸਾਈਟ ਹੈ ਜਿਹੜੀ ਰੈਂਕ ਕਰੇ, ਜਦੋਂ ਕੋਈ ਸਰਚ ਮਾਰੇ ਵੀ ਪ੍ਰੀਵੀਅਸ ਈਅਰ ਕੁਐਸਚਨ ਉਹ ਪਹਿਲੇ ਨੰਬਰ ਤੇ ਆਵੇ। ਠੀਕ ਹੈ, ਆਪਾਂ ਇਹ ਚੀਜ਼ਾਂ ਕਰ ਰਹੇ ਹਾਂ, ਆਪਾਂ ਸਾਰਾ ਕੰਮ ਆਪ ਹੀ ਕਰ ਰਹੇ ਹਾਂ, ਬਾਹਰੋਂ ਨਹੀਂ ਕਰਾ ਰਹੇ, ਕਿਉਂਕਿ ਆਪਣਾ ਸਬਜੈਕਟ ਵੀ ਐਵੇਂ ਦਾ ਕੰਪਿਊਟਰ ਸਾਇੰਸ। ਤਾਂ ਆਪਾਂ ਨੂੰ ਥੋੜਾ ਸਮਾਂ ਜ਼ਰੂਰ ਲੱਗੂਗਾ, ਪਰ ਸਾਰਾ ਕੁਝ ਆਪਾਂ ਆਪ ਹੀ ਕਰਾਂਗੇ ਚੀਜ਼ਾਂ। ਸੋਸ਼ਲ ਮੀਡੀਆ ਮਾਰਕੀਟਿੰਗ ਹੋਣੀ ਚਾਹੀਦੀ ਹੈ। ਪੇ ਪਰ ਕਲਿੱਕ ਐਡਵਰਟੀਜ਼ਮੈਂਟ, ਇਹ ਆਪਾਂ ਇਹਦੇ ਤੇ ਵੀ ਸਵਾਲ ਪੁੱਛੇ ਜਾਂਦੇ ਨੇ। ਅਗਲੇ ਚੈਪਟਰ ਦੇ ਵਿੱਚ, ਜਦੋਂ ਸੋਸ਼ਲ ਮੀਡੀਆ ਵਾਲਾ ਚੈਪਟਰ ਕਰਾਂਗੇ, ਉੱਥੇ ਮੈਂ ਦੱਸੂਗਾ ਸੋਸ਼ਲ ਮਾਰਕੀਟਿੰਗ ਕੀ ਹੁੰਦੀ ਹੈ, ਪੇ ਪਰ ਕਲਿੱਕ ਕੀ ਹੁੰਦਾ ਹੈ, ਐਂਡ ਕੰਟੈਂਟ ਮਾਰਕੀਟਿੰਗ। ਠੀਕ ਹੈ, ਕੰਟੈਂਟ ਦੀ ਮਾਰਕੀਟਿੰਗ। The goal is to drive traffic to website from sources that are relevant to the target audience. ਜਿਹੜੇ ਟਾਰਗੇਟ ਆਡੀਅנס ਦੇ ਰੈਲੇਵੈਂਟ ਸੋਰਸ ਹੁੰਦੇ ਨੇ, ਉੱਥੇ ਜਾ ਕੇ ਤੁਹਾਨੂੰ ਇਹ ਪੋਸਟ ਕਰਨਾ ਪਊ। ਤਾਂ ਹੀ ਮੈਂ ਤੁਹਾਨੂੰ ਕਹਿ ਰਿਹਾ ਵੀ ਜੇ ਤੁਸੀਂ ਕਿਸੇ ਟੈਲੀਗ੍ਰਾਮ ਗਰੁੱਪ ਦੇ ਵਿੱਚ ਐਡ ਹੋ, ਜਾਂ ਤੁਹਾਡੇ ਨਾਲ ਕਿਤੇ ਇੰਸਟਾਗ੍ਰਾਮ ਤੇ ਬੰਦੇ ਜੁੜੇ ਹੋਏ ਨੇ, ਤਾਂ ਤੁਸੀਂ ਥੋੜੀ ਜਿਹੀ ਹੈਲਪ ਕਰੋ ਆਪਣੀ, ਹੈ ਨਾ। ਤਾਂ ਤੁਹਾਡੀ ਹੈਲਪ ਦੇ ਨਾਲ ਹੀ ਦੇਖੋ ਇੱਥੋਂ ਤੱਕ ਆਏ ਆਪਾਂ। ਹੈਲਪ ਕਰੋਗੇ ਤਾਂ ਆਪਾਂ ਹੋਰ ਗਰੋ ਕਰਾਂਗੇ, ਹੈ ਨਾ। ਤੁਹਾਡਾ ਆਪਣਾ ਹੀ ਚੈਨਲ ਹੈ, ਸੋ ਜਿੰਨਾ ਆਪਾਂ ਗਰੋ ਕਰਾਂਗੇ ਉਨਾ ਹੀ ਮੋਟੀਵੇਸ਼ਨ ਆਉਂਦਾ ਆਪਾਂ ਨੂੰ ਅੱਗੇ ਵਧਣ ਦੇ ਲਈ। ਠੀਕ ਹੈ, ਅਗਲਾ converting visitor to customer. Finally, the ultimate goal is to convert website visitor into paying customer, ਕਿ ਉਹਨਾਂ ਨੂੰ ਆਪਾਂ ਪੇ ਕਰਨ ਦੇ ਲਈ ਲੈ ਕੇ ਆਈਏ। This require an effective sales funnel that guides visitor through the buying process and removes any barrier to conversation. The website sound also have user-friendly checkout process and offer various payment option. ਤਾਂ ਪੇਮੈਂਟ ਆਪਸ਼ਨ ਜ਼ਿਆਦਾ ਹੋਣੀਆਂ ਚਾਹੀਦੀਆਂ ਨੇ, ਫਿਰ ਹੀ ਬੰਦੇ ਆਪਣੇ ਕਸਟਮਰ ਦੇ ਵਿੱਚ ਕਨਵਰਟ ਹੁੰਦੇ ਨੇ, ਹਨਾ। ਸੋ ਫਿਰ ਇਹ ਤਿੰਨੋਂ ਹੀ ਠੀਕ ਨੇ, ਤਿੰਨੋਂ ਹੀ ਚੀਜ਼ਾਂ ਨੇ ਜਿਹੜੀਆਂ ਬੈਰੀਅਰ ਨੇ, ਜਿਨ੍ਹਾਂ ਨੂੰ ਆਪਾਂ ਨੂੰ ਓਵਰਕਮ ਕਰਨਾ ਪੈਂਦਾ। ਸੋ ਇਹ ਸੀਗੇ ਟੋਟਲ ਆਪਾਂ 7ਵੇਂ ਚੈਪਟਰ ਦੇ ਕੁਐਸਚਨ, ਮੀਡੀਅਮ ਲੈਵਲ ਦੇ ਪਾਰਟ 2 ਸੀਗਾ। ਤੇ ਆਪਣਾ ਇੰਸਟਾਗ੍ਰਾਮ ਚੈਨਲ ਵੀ ਹੈ, ਤੁਸੀਂ ਇੰਸਟਾਗ੍ਰਾਮ ਚੈਨਲ ਤੇ ਵੀ ਵਿਜ਼ਿਟ ਕਰੋ। ਹੁਣ ਆਪਾਂ ਜਿਹੜੀਆਂ PDF ਮੈਂ ਕੁਐਸਚਨ ਤੁਹਾਨੂੰ ਕਰਵਾਉਣਾ, ਉਹ ਆਪਾਂ ਇੰਸਟਾਗ੍ਰਾਮ ਚੈਨਲ ਤੇ ਸ਼ੇਅਰ ਕਰ ਦਿਆ ਕਰਾਂਗੇ। ਤਾਂ ਕਰਕੇ ਅਗਰ ਤੁਹਾਡੇ ਕੋਲ ਲਿਖਣ ਦਾ ਟਾਈਮ ਨਹੀਂ, ਜਾਂ ਤੁਸੀਂ ਉੱਥੋਂ ਰੀਡ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਉੱਥੋਂ ਰੀਡ ਕਰ ਸਕਦੇ ਹੋ। ਸੋ ਕੋਈ ਕਮੀ ਪੇਸ਼ੀ ਲੱਗੀ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ, ਆਪਾਂ ਠੀਕ ਵੀ ਕਰ ਲਾਂਗੇ। ਸੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ। ਥੈਂਕ ਯੂ।